ਅੱਜ ਦੇਸ਼ ਭਰ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 114ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਰਧਾਂਜਲੀ ਦਿੰਦਿਆਂ ਦੇਸ਼ ਵਾਸੀਆਂ ਨੂੰ ਇੱਕ ਸੁਨੇਹਾ ਦਿੱਤਾ ਹੈ। ਉਹਨਾਂ ਨੇ ਦੇਸ਼ ਵਾਸੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਹੈ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀ ਹੋਂਦ ਨੂੰ ਅਮਰ ਰੱਖੀਏ। ਮੁੱਖ ਮੰਤਰੀ ਚੰਨੀ ਨੇ ਟਵੀਟ ਕਰਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਤੇ ਸ਼ਰਧਾਂਜਲੀ ਦਿੱਤੀ ਅਤੇ ਸ਼ਹੀਦ ਭਗਤ ਸਿੰਘ ਜੀ ਦੇ 114ਵੇਂ ਵਰ੍ਹੇਗੰਢ ਮੌਕੇ ਤੇ ਖਟਕੜ ਕਲਾਂ ਵਿਖੇ ਮਹਾਨ ਰੂਹ ਨੂੰ ਸ਼ਰਧਾਂਜਲੀ ਦੇਣ ਸੀਐਮ ਚੰਨੀ ਪਹੁੰਚੇ। Chola
ਅੱਗੇ ਕਰਦਾ ਹੈ ਕਿ ਮੈਨੂੰ ਸ਼ਹੀਦ ਭਗਤ ਸਿੰਘ ਦੇਖ ਰਿਹਾ ਲੇਕਿਨ ਗਲਤ ਕੰਮ ਨਾ ਹੋਵੇ। ਇਸ ਲਈ ਜੋ ਵੀ ਕੰਮ ਹੋਏਗਾ ਸ਼ਹੀਦ ਭਗਤ ਸਿੰਘ ਸੋਚ ਨੂੰ ਮੂਹਰੇ ਰੱਖ ਕੇ ਹੋਏਗਾ, ਨੌਜਵਾਨਾਂ ਦੀ ਬਿਹਤਰੀ ਦੇ ਲਈ ਹੋਏਗਾ, ਦੇਸ਼ ਔਰ ਸੂਬੇ ਦੀ ਬਿਹਤਰੀ ਲਈ ਹੋਏਗਾ, ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣਾ, ਦੇਸ਼ ਦੇ ਲੋਕਾਂ ਨੂੰ ਅੱਗੇ ਲੈ ਕੇ ਜਾਣਾ, ਸਮਾਜ ਨੂੰ ਅੱਗੇ ਲੈ ਕੇ ਜਾਣਾ, ਆਪਸੀ ਭਾਈਚਾਰਾ ਕਾਇਮ ਰੱਖਣਾ कि शहीद आजम सरदार भगत सिंह जी की सोच ते पहरा देना मेरा पहला कर्तव्य है। इस करके हर काम उन्हों की सोच के मुताबिक होएगा। क्रॉस कर लो फिर बाद फिर तुम बैठना क्रॉस कर लो फिर आज फिर तुम अगे लै जाएंगे देखो कितना रोके हुआ मीडिया आ नहीं रहे देखो डबल लेयर लाइव भी ना नहीं पर अंदर कितना कवर करांगे सर फतेगा नु ने कानू कर जा जो हम कहया सी गेम दा 1 मिनट एक मिनट भाई बोलो जी बाकी बस रोक दो यार साहब चाहिए जो बोला डिब्बे बैठे डिब्बे सब बोलो साइड पे खड़ा लो जी बाद फिर अंदर भेज दियो क्या करते हो समझ तक बीपीआर साहब ਨੂੰ ਤਾਂ ਦੇਖਣਾ ਨਾ ਜੀ ਕੱਲੇ ਕੱਲੇ ਕਿਵੇਂ अपना ही जिथे अंदर एंटर करते पे बस करो नहीं तो हो रहा बंदा ही नहीं बस करो यार बस करो जन्म 28 सितंबर 1910 ਨੂੰ ਹੋਇਆ ਸੀ। ਉਹਨਾਂ ਦਾ ਛੋਟੇ ਵੀਰ ਕੁਲਤਾਰ ਸਿੰਘ ਨੂੰ ਜੇਲ੍ਹ ਵਿੱਚੋਂ ਲਿਖੀ ਦਲੇਰਾਨਾ ਸ਼ਾਇਰੀ ਵਾਲੀ ਪੱਤਰ ਜਿਸ ਵਿੱਚ
ਸਾਡਾ ਕੰਮ ਤਾਂ ਡਿਊਟੀ ਜਿੱਦਾਂ ਤੁਹਾਡੀ ਡਿਊਟੀ ਹੈ ਉਦਾਂ ਹੀ ਹੋਣੀ ਸਾਡੀ ਇਸ ਯਾਦਗਾਰੀ ਤਸਵੀਰ ਤੋਂ ਬਾਅਦ ਅਗਲੀ ਸਨਮਾਨ ਰਸਮ ਉਹਨਾਂ ਯੂਥ ਤੇ ਸਪੋਰਟਸ ਕਲੱਬਾਂ ਦੇ ਨੌਜਵਾਨ ਨੁਮਾਇੰਦਿਆਂ ਦੀ ਜਿਨ੍ਹਾਂ ਨੇ ਕਿ ਬਤੌਰ ਕਰੋਨਾ ਵਾਰੀਅਰ ਪਿੰਡਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਮੈਂ ਇਹਨਾਂ ਵਿੱਚੋਂ 4 ਜੋ ਪਿੰਡ ਹਨ ਉਹਨਾਂ ਨੂੰ ਸਟੇਜ ਤੇ ਬੁਲਾ ਰਿਹਾ ਹਾਂ, ਬਾਕੀਆਂ ਦੀ ਫੋਟੋ ਨੀਚੇ ਹੀ ਹੋ ਜਾਏਗੀ। ਮਾਣੇਵਾਲ, ਮਜੌਟ, ਮਹਿਤ, ਫਿਰਨੀ ਮਜਾਰਾ ਅਤੇ ਖਟਕੜ ਕਲਾਂ। ਖਟਕੜ ਕਲਾਂ, ਮਾਣੇਵਾਲ, ਮਜੌਟ ਤੇ ਫਿਰਨੀ ਮਜਾਰਾ ਦੇ 4 ਨੁਮਾਇੰਦੇ ਮਾਨਯੋਗ ਮੁੱਖ ਮੰਤਰੀ ਜੀ ਪਾਸੋਂ ਮੰਚ ਤੇ ਆ ਕੇ ਸਪੋਰਟਸ ਕਿੱਟਾਂ ਪ੍ਰਾਪਤ ਕਰਨਗੇ। ਇਹਨਾਂ ਤੋਂ ਬਾਅਦ ਜੋ ਬਾਕੀ ਪਿੰਡਾਂ 'ਚੋਂ ਸਪੋਰਟਸ ਕਲੱਬ ਦੇ ਮੈਂਬਰ ਸਾਹਿਬਾਨ ਆਏ ਹਨ ਉਹ 2 ਗਰੁੱਪਾਂ ਵਿੱਚ ਸੀਐਮ ਸਰ ਨਾਲ ਫੋਟੋ ਕਰਵਾਉਣਗੇ। ਕਿਰਪਾ ਕਰਕੇ ਸਟੇਜ ਦੇ ਅੱਗੇ ਆਉਣ ਦੀ ਕਿਰਪਾਲਤਾ ਕਰਨ। 2 ਗਰੁੱਪਾਂ ਦੇ ਵਿੱਚ ਇਹ ਯੂਥ ਤੇ ਸਪੋਰਟਸ ਕਲੱਬ ਜਿਨ੍ਹਾਂ ਨੂੰ ਕਿ ਅੱਜ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਕਰੋਨਾ ਕਾਲ ਵਿੱਚ ਨਿਭਾਈਆਂ ਸੇਵਾਵਾਂ ਲਈ ਸਪੋਰਟਸ ਕਿੱਟਾਂ ਨਾਲ ਇਸ ਪਵਿੱਤਰ ਦਿਹਾੜੇ ਮੌਕੇ ਸਨਮਾਨਿਤ ਕੀਤਾ ਜਾ ਰਿਹਾ ਹੈ। दूसरा ग्रुप भी जल्दी एक यादगारी तस्वीर मानयोग मुख्यमंत्री जी नाल करवाएगा। धन्यवाद सारिਆਂ ਦਾ।
ਬਾਹਰ ਹੈਗਾ ਚੱਲਦਾ ਜਾਂਦੇ ਯਾਰ ਅੱਛਾ ਜੀ ਅੰਦਰ ਫੇਸ ਕਰਿਓ ਰਾਣਾ ਜੀ ਨਾ 1 ਮਿੰਟ ਬਸ ਹਾਂ ਹਾਂ ਬਸ कोई नहीं पीछे भाई ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਵੱਡਾ ਹੰਗਾਮਾ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਮਿਲੀ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਲਈ ਰਵਾਨਾ ਹੋਣਗੇ। ਚੰਡੀਗੜ੍ਹ ਹਵਾਈ ਅੱਡੇ ਤੋਂ ਦੁਪਹਿਰ 3:30 ਵਜੇ ਆਮ ਲੋਕਾਂ ਵਾਂਗ ਫਲਾਈਟ ਰਾਹੀਂ ਦਿੱਲੀ ਲਈ ਰਵਾਨਾ ਹੋਣਗੇ। ਹਾਈ ਕਮਾਂਡ ਦੇ ਨਾਲ-ਨਾਲ ਕੈਪਟਨ ਭਾਜਪਾ ਦੇ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕਰ ਸਕਦੇ ਹਨ, ਜਿਨ੍ਹਾਂ ਵਿੱਚ ਅਮਿਤ ਸ਼ਾਹ ਦਾ ਨਾਂ ਸਾਹਮਣੇ ਆ ਰਿਹਾ ਹੈ। ਇਸ ਦੌਰਾਨ ਉਹਨਾਂ ਦੇ ਨਾਲ TS ਗਿੱਲ, ਖੂਬੀ ਰਾਮ ਅਤੇ ਭਰਤਇੰਦਰ ਸਿੰਘ ਚਹਿਲ ਮੌਜੂਦ ਰਹਿਣਗੇ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਮੈਂ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਨ ਦਿਆਂਗਾ, ਇਸ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ। ਕਾਂਗਰਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਜਿਹੀਆਂ ਖਬਰਾਂ ਵੀ ਹਨ ਕਿ ਕੈਪਟਨ ਅਮਰਿੰਦਰ ਸਿੰਘ 2 ਅਕਤੂਬਰ ਨੂੰ ਕੋਈ ਵੱਡਾ ਐਲਾਨ ਕਰ ਸਕਦੇ ਹਨ। ਉੱਥੇ ਹੀ ਉਹਨਾਂ ਨੂੰ ਭਾਜਪਾ ਵੱਲੋਂ ਵੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਆ ਚੁੱਕਾ ਹੈ। ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਸੀ ਕਿ ਉਹਨਾਂ ਕੋਲ ਭਵਿੱਖ ਵਿੱਚ ਸਿਆਸੀ ਬਦਲ ਹਨ, ਜਿਨ੍ਹਾਂ ਤੇ ਉਹ ਆਪਣੇ ਸਮਰਥਕਾਂ ਨਾਲ ਵਿਚਾਰ ਕਰਨ ਤੇ ਫੈਸਲਾ ਲੈਣਗੇ, ਜੋ 5 ਦਹਾਕਿਆਂ ਤੋਂ ਉਹਨਾਂ ਦੇ ਨਾਲ ਖੜੇ ਹਨ। ਜੀਰਕਪੁਰ ਸ਼ਿਮਲਾ ਹਾਈਵੇ ਤੇ ਸਥਿਤ ਆਰਜੂ ਹੋਟਲ ਵਿਖੇ ਕਰੰਟ ਲੱਗਣ ਨਾਲ ਇੱਕ ਸਟਾਫ ਮੈਂਬਰ ਦੀ ਮੌਤ ਹੋ ਗਈ। ਹੋਟਲ ਪ੍ਰਬੰਧਕਾਂ ਨੇ ਅਚਾਨਕ ਵਾਪਰੇ ਹਾਦਸੇ ਬਾਰੇ ਦੱਸਿਆ, ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰ ਮੈਂਬਰਾਂ ਨੇ ਹੋਟਲ ਦੇ ਬਾਹਰ ਹੰਗਾਮਾ ਮਚਾਇਆ। ਮ੍ਰਿਤਕ ਨੌਜਵਾਨਾਂ ਦੇ ਰਿਸ਼ਤੇਦਾਰਾਂ ਨੇ ਪੰਚਕੂਲਾ ਕਾਲਕਾ ਮਾਰਗ ਜਾਮ ਕਰ ਦਿੱਤਾ, ਜਿਸ ਕਾਰਨ ਇੱਥੇ ਲੰਬਾ ਟ੍ਰੈਫਿਕ ਜਾਮ ਹੋ ਗਿਆ ਅਤੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੌਕੇ ਤੇ ਪਹੁੰਚੇ ਡਕੋਲੀ ਥਾਣਾ ਦੇ SHO ਕੁਲਬੀਰ ਸਿੰਘ ਨੇ ਪਰਿਵਾਰ ਨੂੰ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਅਤੇ ਜਾਮ ਖੁਲਵਾਇਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਈ। ਸੁਰਿੰਦਰ ਸਿੰਘ ਨਾਂ ਦਾ ਬੱਚਾ 20-25 ਸਾਲ ਦਾ ਆਰਜੂ ਹੋਟਲ 'ਚ ਕੰਮ ਕਰਦਾ। ਠੀਕ ਹੈ। ਪ੍ਰਾਈਵੇਟ ਤੌਰ ਤੇ। ਔਰ ਰਾਤ ਉਹਨੇ ਖਾਣਾ ਖਾਂਦਿਆਂ ਤੜਕਾ ਲਾਉਂਦਿਆਂ ਫ੍ਰਿਜ ਤੋਂ ਕੋਈ ਭਾਂਡਾ ਚੱਕਿਆ। ਅੱਛਾ। ਉਹਨੂੰ ਕਰੰਟ ਲੱਗ ਗਿਆ। ਅੱਛਾ ਜੀ। ਹੁਣ ਉਹਦੇ ਮਾਤਾ ਡੈਡ ਬੋਡੀ ਹਸਪੀਟਲ ਲਵਾਈ ਆ। ਮਾਤਾ ਦਾ ਬਿਆਨ ਹਾਸਲ ਕਰਕੇ ਜੋ ਬਣਦੀ ਕਾਨੂੰਨੀ ਕਾਰਵਾਈ ਕਰਦੇ ਆ। ਪੜਤਾਲ ਕੀਤੀ ਜਾ ਰਹੀ ਹੈ ਵੀ ਇਹ ਡੈਥ ਕਿਵੇਂ ਹੋਈ, ਕਰੰਟ ਕਿਵੇਂ ਲੱਗਾ। ਕਰੰਟ ਲੱਗਣ ਕਾਰਨ ਹੋਈ ਆ ਮੌਤ। ਇਹੀ ਸੁਣਨ 'ਚ ਆਇਆ। ਬਾਕੀ ਮਲਾਜਾ ਉਹਦਾ ਪੋਸਟਮਾਰਟਮ ਕਰਾ ਰਹੇ ਆਪਾਂ। ਆਰਜੂ ਹੋਟਲ ਦਾ ਆਰਜੂ ਹੋਟਲ ਰਾਤ ਦਾ ਕਾਂਡ ਹੋਇਆ ਜੀ।
ਹਾਂਜੀ ਅੱਜ ਸਵੇਰੇ ਰਾਤ ਸਵੇਰੇ ਉਹ ਹੁਣ ਪੋਸਟਮਾਰਟਮ 'ਚ ਪਤਾ ਲੱਗ ਜਾਏਗਾ। ਅੱਛਾ ਅੱਛਾ, ਹਾਂਜੀ ਜੋ ਬਣਦੀ ਕਾਰਵਾਈ ਬਿਲਕੁਲ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਏਗੀ। ਹੰਗਾਮਾ ਵੀ ਕੀਤਾ ਹੋਵੇ? ਨਹੀਂ ਜੀ ਕੁਛ ਨਹੀਂ, ਉਹ ਵਿਚਾਰੇ ਜਿਵੇਂ ਮਹੱਲਾ ਵਾਈਜ਼ ਲੋਕ ਆ ਗਏ ਇੱਥੇ ਹੋਟਲ ਗਾੜੀ, ਕੁਝ ਰਿਸ਼ਤੇਦਾਰ ਇਹਨਾਂ ਦੇ ਥਾਣੇ ਬੈਠੇ ਆ, ਇਹਨਾਂ ਨੂੰ ਨਾਲ ਲਿਜਾ ਰਹੇ ਆ, ਬਿਆਨ ਲੈ ਕੇ ਕਾਰਵਾਈ ਕਰ। ਹੁਸ਼ਿਆਰਪੁਰ ਦੇ ਮੁਕੇਰੀਆਂ ਵਿਖੇ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਦੇ 114ਵੇਂ ਜਨਮ ਦਿਹਾੜੇ ਤੇ ਆਮ ਆਦਮੀ ਪਾਰਟੀ ਅਤੇ ਸ਼ਹਿਰ ਵਾਸੀਆਂ ਦੀ ਤਰਫੋਂ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਰੈਲੀ ਕੱਢੀ ਗਈ, ਜਿਸ ਦੀ ਅਗਵਾਈ ਪ੍ਰੋਫੈਸਰ ਜੀਐਮ ਮੁਲਤਾਨੀ ਕਨਵੀਨਰ ਆਮ ਆਦਮੀ ਪਾਰਟੀ ਨੇ ਕੀਤੀ। ਪਾਰਟੀ ਨੇ ਸ਼ਹਿਰ ਵਿੱਚ ਪੈਦਲ ਮਾਰਚ ਕੱਢਿਆ। ਇੱਥੇ ਸਾਰੇ ਵਰਕਰ ਅਤੇ ਸ਼ਹਿਰ ਵਾਸੀਆਂ ਨੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਨਾਅਰੇ ਲਿਖੇ ਹੋਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੀਐਮ ਮੁਲਤਾਨੀ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਰੈਲੀ ਰਾਹੀਂ ਜਾਗਰੂਕ ਕਰਨਾ ਹੈ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਸਕਣ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ। ਪੰਜਾਬੀਓ ਜਾਗੋ, ਤੂੰ ਫੜ ਲੇਗਾ ਕਹੋ ਇਨਕਲਾਬ ਜਿੰਦਾਬਾਦ, ਭਗਤ ਸਿੰਘ ਜਾਗੇ ਠੋਕੇ, ਭਗਤ ਸਿੰਘ ਤੇਰੀ ਸੋਚ ਤੇ ਪਾਰਟੀ ਇਨਕਲਾਬ ਜਿੰਦਾਬਾਦ, ਆਮ ਆਦਮੀ ਪਾਰਟੀ ਜਿੰਦਾਬਾਦ, ਆਮ ਆਦਮੀ ਤੇਰੀ ਸੋਚ ਤੇ ਫੇਰਾ ਦਿਆਂਗੇ ਠੋਕੇ, ਪੰਜਾਬੀਓ ਜਾਗੋ, ਪੰਜਾਬੀਓ ਜਾਗੋ, ਪੰਛੀਆਂ ਤੇਰੀ ਸੋਚ ਤੇ ਦਿਆਂਗੇ ਠੋਕੇ, ਪੰਜਾਬੀਓ ਜਾਗੋ, ਪੰਜਾਬੀਓ ਜਾਗੋ, ਪੰਛੀਆਂ ਤੇਰੀ ਸੋਚ ਤੇ ਦਿਆਂਗੇ ਠੋਕੇ, ਪੰਜਾਬੀਓ ਜਾਗੋ, ਪੰਜਾਬੀਓ ਜਾਗੋ, ਇਨਕਲਾਬ ਜਿੰਦਾਬਾਦ, ਇਨਕਲਾਬ। ਅੱਜ ਜਿਵੇਂ ਤੁਹਾਨੂੰ ਪਤਾ ਹੀ ਹੈ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਹੈ ਔਰ ਅਸੀਂ ਆਮ ਆਦਮੀ ਪਾਰਟੀ ਵੱਲੋਂ ਮੁਕੇਰੀਆਂ ਵਿੱਚ ਇੱਕ ਰੈਲੀ ਕੱਢਣ ਜਾ ਰਹੇ ਹਾਂ, ਮੁਕੇਰੀਆਂ ਬਾਜ਼ਾਰ ਵਿੱਚ, ਔਰ ਨਸ਼ਿਆਂ ਦੇ ਖਿਲਾਫ ਇਹ ਜਾਗਰੂਕ ਰੈਲੀ ਹੋਊਗੀ ਤਾਂ ਕਿ ਬੱਚਿਆਂ ਨੂੰ ਦੱਸਿਆ ਜਾਵੇ, ਨੌਜਵਾਨ ਨੂੰ ਦੱਸਿਆ ਜਾਵੇ ਕਿ ਤੁਸੀਂ ਨਸ਼ਿਆਂ ਤੋਂ ਦੂਰ ਰਹੋ ਔਰ ਆਪਣੀ ਜਵਾਨੀ ਨੂੰ ਸਾਂਭ ਕੇ ਰੱਖੋ ਔਰ ਦੇਸ਼ ਦੀ ਤਰੱਕੀ ਵਿੱਚ ਆਪਣਾ ਹਿੱਸਾ ਪਾਓ। ਭਗਤ ਸਿੰਘ ਦੇ ਜਨਮ ਦਿਨ ਤੇ ਉਹਨੂੰ ਯਾਦ ਕਰਨਾ, ਉਹਦੀਆਂ ਕੰਮਾਂ ਤੋਂ ਪ੍ਰੇਰਨਾ ਲੈਣੀ, ਮੇਰਾ ਖਿਆਲ ਹੈ ਕਿ ਸਾਰੇ ਯੂਥ ਵਾਸਤੇ ਜ਼ਰੂਰੀ ਹੈ ਅੱਜ ਦੇ ਦਿਨ 'ਚ ਖਾਸ ਕਰਕੇ। ਪਰਸੋਂ ਸਾਡੇ ਦੋ ਮਾਨਯੋਗ ਮਿਨਿਸਟਰ ਜਿਹੜੇ ਬਾਜ਼ਾਰ ਦੇ ਵਿੱਚ ਨਹੀਂ ਲਏ ਗਏ, ਉਹਨਾਂ ਨੇ ਇੱਥੇ ਕਾਨਫਰੰਸ ਕੀਤੀ ਸੀ। ਵੈਸੇ ਬੜੀ ਦੁੱਖ ਹੁੰਦਾ, ਪੋਲੀਟੀਕਲ ਬੰਦੇ ਹੁੰਦੇ ਅਸੀਂ, ਇਹ ਬਾਜ਼ਾਰ ਤਾਂ ਆ ਗਈਆਂ ਉੱਠ ਗਈਆਂ ਚੱਲਦਾ ਹੀ ਰਹਿੰਦਾ, ਸਰਕਾਰ ਬਣ ਗਈ ਹਟ ਗਈ, ਇਹ ਕੋਈ ਜੱਦੀ ਜਾਇਦਾਦ ਨਹੀਂ, ਇਹ ਲੋਕਾਂ ਦੀ ਮਰਜ਼ੀ ਹੈ, ਪਾਰਟੀਆਂ ਦੀ ਮਰਜ਼ੀ ਹੈ ਕਿਵੇਂ ਕੀ ਕਰਨਾ ਹੈ। ਪਰ ਜਿਵੇਂ ਉਹਨਾਂ ਦਾ ਦਰਦ ਹੋਇਆ ਵੀ ਜਿਵੇਂ ਕੋਈ ਬਹੁਤ ਵੱਡੀ ਚੀਜ਼ ਉਹਨਾਂ ਦੀ ਆਪਣੀ ਜੱਦੀ ਕਿਸੇ ਨੇ ਖੋਹ ਲਈ ਹੁੰਦੀ ਹੈ, ਰੋਣਾ ਤਾਂ ਮਿਨਿਸਟਰ ਜੇ ਇੰਨੀ ਇਸ ਗੱਲ ਤੇ ਰੋਣਗੇ ਤਾਂ ਲੋਕ ਫਿਰ ਕੀ ਕਹਿਣਗੇ, ਸ਼ੋਭਾ ਨਹੀਂ ਦਿੰਦਾ। ਦੂਜੀ ਗੱਲ, ਸਾਡੇ ਜਿਹੜੇ ਮਿਨਿਸਟਰ ਨੇ ਗੁਰਪ੍ਰੀਤ ਸਿੰਘ ਜੀ ਕਾਂਗੜ, ਉਹਨਾਂ ਨੇ ਐਡੇ ਵੱਡੇ ਵੱਡੇ ਝੂਠ ਬੋਲੇ, ਜਿਹੜੇ ਕਿ ਇੱਕ ਮਿਨਿਸਟਰ ਹੈ ਜੇ ਬੰਦਾ ਨੂੰ ਸੰਗ ਸ਼ਰਮ ਮੰਨਣੀ ਚਾਹੀਦੀ ਹੈ ਝੂਠ ਬੋਲਣ ਤੋਂ। ਐਡੇ ਵੱਡੇ ਝੂਠ ਜਿਨ੍ਹਾਂ ਦਾ ਕੋਈ ਸਿਰ ਪੈਰ ਹੋਵੇ ਹੀ ਨਾ, ਜਿੱਥੇ ਹੋਰ ਉਹਨੇ ਵੱਡੇ ਝੂਠ ਬੋਲੇ। ਸਭ ਤੋਂ ਵੱਡਾ ਇੱਕ ਉਹਨੇ ਬੋਲਿਆ ਕਿ ਮੇਰੇ ਪਰਿਵਾਰ ਦੇ 4 ਮੈਂਬਰ ਮਰਡਰ ਹੋਏ ਆ। ਤੁਸੀਂ ਸਾਰਿਆਂ ਦੇ ਵਿੱਚ ਜੇ ਉੱਥੇ ਕੋਈ ਹੋਊਗਾ ਤਾਂ ਤੁਹਾਡੇ ਕੋਲ ਹੋਊਗਾ, ਨਹੀਂ ਵੀਡੀਓ ਦੇ ਵਿੱਚ ਮੇਰੇ ਕੋਲ ਹੈਗਾ, ਉੱਥੇ ਵੀ ਮੇਰੇ ਪਰਿਵਾਰ ਦੇ 4 ਮਰਡਰ ਹੋ ਗਏ। ਬਹੁਤ ਤਕੜਾ ਉਹ ਬੰਦਾ ਹੈ ਜੀ, ਉਹਨਾਂ ਨੇ ਬਾਦਲ ਵਾਲਿਆਂ ਦਾ ਉਹਦੇ ਸਿਰ ਤੇ ਹੱਥ ਹੈ ਜੀ। ਮੈਂ ਇਸ ਗੱਲ ਦਾ ਚੈਲੰਜ ਕਰਦਾ, ਮਰਡਰ ਤਾਂ ਬਹੁਤ ਦੂਰ ਦੀ ਗੱਲ ਹੈ, ਮਰਡਰ ਜੇ ਹੋ ਜਾਣ ਗੁੱਝੇ ਨਹੀਂ ਰਹਿੰਦੇ ਹੁੰਦੇ, ਮਰਡਰ ਜਿਹੜਾ ਕਰਨ ਵਾਲਾ ਕੋਈ ਬਚਦਾ ਨਹੀਂ ਹੁੰਦਾ। ਲੜਾਈ ਝਗੜੇ 'ਚ ਤਾਂ ਚਲੋ ਕਦੇ 19-21 ਇੱਧਰ ਉੱਧਰ ਹੋ ਗਈ, ਉਹਦੇ ਕਿਸੇ ਪਰਿਵਾਰ ਦੇ ਮੈਂਬਰ ਦੀ ਕਿਸੇ ਪੋਲੀਟੀਕਲ ਲੜਾਈ ਦੇ ਵਿੱਚ ਜਾਂ ਪੋਲੀਟੀਕਲ ਕੰਮ ਦੇ ਵਿੱਚ ਜਾਂ ਪੋਲੀਟੀਕਲ ਸਿਸਟਮ ਦੇ ਵਿੱਚ, ਸਾਡਾ ਕਿਸੇ ਵੇਲੇ ਵੋਟਾਂ ਦੇ ਵਿੱਚ ਜਾਊਂ, ਕੋਈ ਬਾਂਹ ਵੀ ਟੁੱਟੀ ਹੋਵੇ, ਲੱਤ ਵੀ ਟੁੱਟੀ ਹੋਵੇ, ਕਿਤੇ ਸਾਬਤ ਕਰਦੇ ਮੈਂ ਸਜ਼ਾ ਭੁਗਤੂੰਗਾ, ਨਹੀਂ ਉਹ ਮਰਡਰ ਜਿਹੜੇ 4 ਹੋਏ ਆ ਉਹ ਸਾਬਤ ਕਰੇ। ਐਡਾ ਵੱਡਾ ਝੂਠ ਇੱਕ ਜ਼ਿੰਮੇਵਾਰ ਬੰਦਾ ਕਿ ਸਾਡੇ ਪਰਿਵਾਰ ਦੇ 4 ਮਰਡਰ ਹੋ ਗਏ, ਮੈਂ ਇਹ ਚੱਲ ਰਿਹਾ ਇੱਕ ਵਿਖਾਉਣਾ ਬਾਹਰ ਲੋਕਾਂ ਨੂੰ, ਹਮਦਰਦੀ ਵੇਖਣ ਨੂੰ ਹੁੰਦਾ ਵੀ ਸੱਚੀ ਇਹਨਾਂ ਦੇ ਪਰਿਵਾਰ ਦੇ 4 ਮਰਡਰ ਹੋ ਜਾਣਗੇ। 4 ਪਰਿਵਾਰ ਦੇ ਤਾਂ ਇਕੱਲਾ ਹੀ ਜੀਅ ਆ, ਹੋਰ ਕੋਈ ਜੀਅ ਹੈ ਨਹੀਂ ਪਰਿਵਾਰ ਦਾ ਕੋਈ। ਜਿਹੜੀ ਐਡਾ ਵੱਡਾ ਝੂਠ, ਮੇਰਾ ਚੈਲੰਜ ਹੈ ਕਿ ਸਾਬਤ ਕਰੇ ਜਿਹੜੇ ਕਿ ਉਹਦੇ ਪਰਿਵਾਰ ਦੇ ਕੋਈ ਇੱਕ ਮਰਡਰ ਵੀ ਹੋਇਆ ਹੋਵੇ, 4 ਤਾਂ ਬਹੁਤ ਵੱਡੀ ਗੱਲ ਹੈ, ਕਿਸੇ ਦੀ ਲੱਤ ਬਾਂਹ ਵੀ ਟੁੱਟੀ ਹੋਵੇ। ਐਡੇ ਵੱਡੇ ਝੂਠ ਇਹ ਜਿਹੇ ਜ਼ਿੰਮੇਵਾਰ ਬੰਦੇ, ਮੈਂ ਤਾਂ ਹੀ ਕਿਹਾ ਸੀ ਇਹ ਜਿਹੇ ਝੂਠੇ ਬੰਦਿਆਂ ਨੂੰ ਪਹਿਲਾਂ ਹੀ ਬਾਜ਼ਾਰ 'ਚੋਂ ਕੱਢ ਦੇਣਾ ਚਾਹੀਦਾ ਸੀ, ਕਾਬਲ ਹੀ ਨਹੀਂ ਹੈਗੇ ਇਹ ਲੋਕ ਬਾਜ਼ਾਰ ਦੇ। ਦੂਜੀ ਗੱਲ, ਕਹਿੰਦਾ ਮੇਰੇ ਕੋਲ ਪਹਿਲਾਂ ਬਿਜਲੀ, ਮੈਂ ਬੜੀ ਸੇਵਾ ਕੀਤੀ ਹੈ ਪਾਰਟੀ ਦੀ, ਮੈਂ ਬੜਾ ਪਾਰਟੀ 'ਚ ਕੰਮ ਕੀਤਾ ਦਿਲੋਂ, ਮੈਂ ਕਾਂਗਰਸ ਦੇ ਵਿੱਚ ਵਫਾਦਾਰੀ ਨਾਲ ਕੰਮ ਕੀਤਾ, ਮੈਂ ਵਫਾਦਾਰੀ ਨਿਭਾਈ ਹੈ। ਪਹਿਲਾਂ ਇਹ ਕਾਮਰੇਡ ਹੁੰਦੇ ਸੀ, ਮਾਸਟਰ ਬਾਬੂ ਸਿਨਾ ਹੁੰਦੇ ਸੀ, ਉਹ ਇਹਨਾਂ ਦਾ ਮਾਈ ਬਾਪ ਸੀ।
ਫਿਰ ਹਰਬੰਸ ਸਿੱਧੂ ਜੀ ਮਿਨਿਸਟਰ ਬਣੇ 92 'ਚ, ਉਹਦੇ ਨਾਲ ਚਲੇ ਗਏ, ਉਹ ਮਾਈ ਬਾਪ। ਫਿਰ ਇਹ 96-97 'ਚ ਅਕਾਲੀ ਦਲ 'ਚ ਸ਼ਾਮਲ ਹੋ ਗਏ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮਾਈ ਬਾਪ। ਫਿਰ ਇਹ 2002 'ਚ ਇੱਕ ਵਾਰੀ ਸਾਡੇ 'ਚ ਆ ਗਏ, ਇੱਕ ਵਾਰੀ ਉੱਧਰ ਉੱਠ ਕੇ ਆਜ਼ਾਦ ਲੜੇ, ਫਿਰ ਅਮਰਿੰਦਰ ਸਿੰਘ ਮਾਈ ਬਾਪ। ਤੇ ਹੁਣ ਕਹਿੰਦੇ ਵੀ ਸਿੱਧੂ ਸਾਹਿਬ ਮੇਰੇ ਮਾਈ ਬਾਪ। ਚਲੋ ਉਹਨਾਂ ਦਾ ਮਸਲਾ ਹੈਗਾ ਵੀ ਪਾਰਟੀਆਂ ਤਾਂ ਪਹਿਲਾਂ ਹੀ 4-5 ਬਦਲ ਹਟੇ ਨੇ, ਫਿਰ ਪਾਰਟੀ ਦੀ ਲੰਮੀ ਵਫਾਦਾਰੀ ਕਿੱਥੇ ਹੋ ਗਈ ਕਿਸੇ ਗੱਲ ਦੀ। ਚਲੋ ਉਹ ਵੀ ਮੈਨੂੰ ਕੋਈ ਹੈ ਨਹੀਂ। ਕਹਿੰਦੇ ਬਿਜਲੀ ਮਹਿਕਮੇ 'ਚ ਮੇਰੀ ਪ੍ਰਮੋਸ਼ਨ ਹੋਈ। ਜਿਹੜੇ ਮਿਨਿਸਟਰ ਨੂੰ ਐ ਨਹੀਂ ਪਤਾ ਕਿ ਵਿਭਾਗਾਂ 'ਚ ਪ੍ਰਮੋਸ਼ਨ ਨਹੀਂ ਹੁੰਦੀ ਕਿਸੇ ਮਿਨਿਸਟਰ ਦੀ। ਵਿਭਾਗ ਤਾਂ ਸਾਰੇ ਇੱਕੋ ਜਿਹੇ ਨੇ, ਇੰਡੀਪੈਂਡੈਂਟ ਵਿਭਾਗ ਨੇ, ਸਾਰੇ ਵਿਭਾਗ ਇੱਕੋ ਜਿਹੇ ਨੇ। ਉਹਦੇ 'ਚ ਪ੍ਰਮੋਸ਼ਨ ਤਾਂ ਹੁੰਦੀ ਕੋਈ ਸਟੇਟ ਮਿਨਿਸਟਰ ਹੋਵੇ ਉਹ ਕੈਬਨਿਟ ਬਣ ਗਿਆ ਹੋਵੇ, ਕੋਈ ਉਪ ਮਿਨਿਸਟਰ ਹੋਵੇ ਉਹ ਰਾਜ ਮੰਤਰੀ ਬਣ ਗਿਆ ਹੋਵੇ, ਤੇ ਕੈਬਨਿਟ ਮਿਨਿਸਟਰ, ਕੈਬਨਿਟ ਦਾ ਮਹਿਕਮਾ ਬਦਲ ਗਿਆ, ਪ੍ਰਮੋਸ਼ਨ ਕਾਹਦੀ ਹੋਊਗੀ? ਮੈਂ ਚੰਗੇ ਕੰਮ ਕੀਤੇ ਮੇਰੀ ਪ੍ਰਮੋਸ਼ਨ ਹੋਈ। ਇਹ ਗੱਲ ਦੀ ਸਾਨੂੰ ਸਮਝ ਨਹੀਂ ਆਈ। ਬਿਜਲੀ ਮਹਿਕਮੇ ਦੇ ਵਿੱਚ ਬੜਾ ਮੈਂ ਜੀ ਰਾਤ ਨੂੰ 2-2 ਵਜੇ ਤਾਈਂ ਲੋਕਾਂ ਦੀ ਗੱਲ ਸੁਣਦਾ ਸੀ। ਮੈਨੂੰ ਟੈਲੀਫੋਨ ਮੇਰਾ ਖੁੱਲ੍ਹਾ ਹੁੰਦਾ ਸੀ, ਮੇਰੇ ਕੋਲ ਸਬੂਤ ਨੇ ਸਾਰੇ। ਰਾਤ ਦੇ 10 ਵਜੇ ਤਾਈਂ ਇੰਨੀ ਜ਼ਿਆਦਾ ਡਰਿੰਕ ਕਰਦਾ ਹੈ ਕਿ ਰਾਤ ਨੂੰ 10 ਵਜੇ ਤੋਂ ਬਾਅਦ ਸ਼ਰਾਬੀ ਹੋ ਜਾਂਦਾ। ਇਹਦੇ ਗਨਮੈਨ ਇਹਨੂੰ ਚੱਕ ਕੇ ਬੈੱਡ ਤੇ ਪਾਉਂਦੇ ਆ। ਜਿਹੜਾ ਬੰਦਾ ਰਾਤ ਨੂੰ 10 ਵਜੇ 10:30 ਵਜੇ ਸ਼ਰਾਬੀ ਹੋ ਜਾਂਦਾ, ਉਹ ਰਾਤ ਨੂੰ 2 ਵਜੇ ਫੋਨ ਸੁਣਦਾ ਲੋਕਾਂ ਦੇ। ਇੱਕ ਕਾਲ ਗੁਰਦਾਸਪੁਰ ਦੀ ਜਿਹਨੇ ਨੇ ਗੱਲ ਕੀਤੀ ਹੈ, ਡਿਟੇਲ ਕਢਾ ਕੇ ਮੈਨੂੰ ਦਿਖਾ ਦੇ ਕਿ ਕਿੱਥੇ ਕਾਲ ਕੀਤੀ ਸੀ, ਕਿਹੜੇ ਤੇਰੇ ਚੀਫ ਨੂੰ ਕੀਤੀ ਸੀ। ਉਹਦੇ 'ਚ ਵੀ ਇਹ ਸੱਚਾ, ਮੈਂ ਝੂਠਾ, ਉਹ ਵੀ ਝੂਠ ਹੈ ਟੋਟਲੀ। ਲੋਕਾਂ ਨੂੰ ਮੂਰਖ ਬਣਾਉਣਾ। ਮੈਂ ਰਾਤ ਦੇ 1 ਵਜੇ ਤਾਈਂ ਫੋਨ ਸੁਣਦਾ ਸੀ। ਸ਼ਰਾਬੀ ਬੰਦਾ ਕਿਤੇ ਫੋਨ ਸੁਣ ਹੀ ਨਹੀਂ ਸਕਦਾ। ਦੂਜੀ ਗੱਲ, ਮੈਂ 3800 ਕਿ 4200 ਬੰਦੇ ਨੂੰ 30 ਸਾਲਾਂ ਦੇ ਲੋਕ ਅੜੇ ਪਏ ਸੀ ਕਿ ਮੈਂ ਜਿਹਨਾਂ ਦੇ ਮਾਪਿਓ ਮਰ ਗਏ ਸੀ ਉਹਨਾਂ ਨੂੰ ਨੌਕਰੀਆਂ ਦਿੱਤੀਆਂ। 2002 ਦੇ ਵਿੱਚ ਬਿਜਲੀ ਮਹਿਕਮਾ ਮੈਂ ਛੱਡਿਆ, ਕੋਈ ਬਕਾਇਆ ਨਹੀਂ ਸੀ ਉਸ ਵੇਲੇ ਪਿੰਡ। ਸਾਰੀਆਂ ਜਿੰਨਾ ਦਾ ਬਣਦਾ ਸੀ ਦੇਤਾ ਸੀ। ਵੈਸੇ ਵੀ ਗੌਰਮੈਂਟ ਉਹ ਤੋਂ ਬਾਅਦ ਅਮਰਿੰਦਰ ਦੀ ਆ ਗਈ, 5 ਸਾਲ 'ਚ ਜਿੰਨੇ ਉਹਨਾਂ ਦੇ ਬਕਾਏ ਸੀ ਉਹਨਾਂ ਨੇ ਵੀ ਦੇਤੇ। ਫਿਰ 10 ਸਾਲ ਸਾਡੀ ਆ ਗਈ, ਜਿਹੜੇ ਅਸੀਂ ਦੇਤੇ। ਜਿਹੜੇ ਇਹਦੇ ਵੇਲੇ ਸਿਰਫ 109 ਬੰਦਿਆਂ ਨੂੰ ਨੌਕਰੀ ਦਿੱਤੀ ਹੈ, ਜਿਨ੍ਹਾਂ ਨੂੰ 4200 ਦੱਸਦਾ। ਮੈਂ ਸਾਰਾ ਡਿਟੇਲ ਕੱਲ੍ਹ ਬਿਜਲੀ ਬੋਰਡ 'ਚੋਂ ਲੈ ਲਿਆ ਸੀਗਾ। 109 ਬੰਦਿਆਂ ਨੂੰ ਦਿੱਤੀ ਹੈ। ਮੈਂ ਏਡੀਆਂ ਫਾਈਲਾਂ ਝਾੜੀਆਂ, ਲੋਕੀ ਮੇਰੇ ਗਲ ਨਾਲ ਚਿਮਟ ਕੇ ਫਲਾ। ਇਹ ਜੇ ਡਰਾਮੇਬਾਜ਼ੀਆਂ ਨਹੀਂ ਕਰਨੀਆਂ ਚਾਹੀਦੀਆਂ। ਚਲੋ ਉਹ ਤੋਂ ਬਾਅਦ ਆ ਗਿਆ ਮਾਲ ਮਹਿਕਮਾ। ਮਾਲ ਮਹਿਕਮੇ ਦੇ ਬਾਰੇ ਚਰਚਾਵਾਂ ਤੁਸੀਂ ਸਾਰੇ ਪ੍ਰੈਸ ਵਾਲੇ ਸੁਣਦੇ ਹੀ ਰਹਿੰਦੇ ਆ, ਦੱਸਦੇ ਹੀ ਰਹਿੰਦੇ ਆ। ਪਰ ਅਸੀਂ ਆਹ ਤਾਂ ਸੁਣਦੇ ਰਹੇ ਹਾਂ ਹੁਣ ਤੱਕ ਕਿ ਮਾਲ ਮਹਿਕਮੇ ਵਿੱਚ ਕਿਸੇ ਤਹਿਸੀਲਦਾਰ ਨੇ ਚੰਗੇ ਥਾਂ ਲੱਗਣਾ ਹੋਵੇ, ਉਹਨੇ 4 ਰੁਪਏ ਕਿਸੇ ਨੂੰ ਦੇਤੇ। ਇਹ ਗੱਲਾਂ ਤਾਂ ਸੁਣਦੇ ਰਹੇ ਹਾਂ ਅਸੀਂ, ਕੋਈ ਇਸ ਗੱਲ 'ਚ ਝੂਠ ਨਹੀਂ ਹੈਗਾ, ਸੁਣਦੇ ਰਹੇ ਹਾਂ। ਪਰ ਆਹ ਪਹਿਲੀ ਵਾਰ ਹੋਇਆ ਕਿ ਮਾਲ ਮਹਿਕਮੇ ਦੇ ਵਿੱਚ ਪੈਸੇ ਵੀ ਲਾਉਣ ਦੇ ਕੋਈ ਇੱਕ ਵੀ ਤਹਿਸੀਲਦਾਰ ਨਹੀਂ ਹੋਣਾ, ਸਿੰਗਲ ਇੱਕ ਵੀ ਜਿਹੜਾ ਬਿਨਾਂ ਪੈਸਿਆਂ ਤੋਂ ਲਾਇਆ ਹੋਵੇ, ਇੱਕ ਵੀ। ਚਲੋ ਉਹ ਵੀ ਹੋ ਗਿਆ। ਫਿਰ ਜਿੰਨੀਆਂ ਰਜਿਸਟਰੀਆਂ ਹੁੰਦੀਆਂ ਸੀ, ਹਰ ਮਹੀਨੇ ਤੋਂ ਬਾਅਦ ਰਜਿਸਟਰੀਆਂ ਦੀ ਫਾਈਲ ਚੰਡੀਗੜ੍ਹ ਆਉਂਦੀ ਸੀ, ਕਿੱਥੇ ਕਿੰਨੀਆਂ ਹੋਈਆਂ, ਕਿੱਥੇ ਪਰ ਰਜਿਸਟਰੀ ਪੈਸੇ ਲਏ ਜਾਂਦੇ ਸੀ। ਇਹ ਪਹਿਲੀ ਵਾਰ ਹੋਇਆ ਕਿ ਪਰ ਰਜਿਸਟਰੀ ਪੈਸੇ ਲਏ ਹੁਣ ਕਿਸੇ ਮਿਨਿਸਟਰ ਨੇ। ਅੱਜ ਤਾਈਂ ਪੰਜਾਬ ਦੇ ਵਿੱਚ ਅੱਜ ਗੱਲ ਤਾਂ ਨਹੀਂ ਗੱਲ ਹੋਈ, ਇਹ ਹੋਇਆ। ਮੈਂ ਬੜੇ ਬੰਦਿਆਂ ਦੀਆਂ ਪ੍ਰਮੋਸ਼ਨਾਂ ਕੀਤੀਆਂ, ਕਿਸੇ ਦੀ ਕੋਈ ਪ੍ਰਮੋਸ਼ਨ ਨਹੀਂ ਕੀਤੀ। ਜਿਹਨੇ ਦੇਤੇ ਉਹਨੂੰ ਉਡਾਕ ਚਾਰਜ ਦੇਤਾ, ਜਿਹਨੇ ਨਹੀਂ ਦਿੱਤੇ, ਇਹਦੇ ਮੇਰੇ ਹਲਕੇ ਦਾ ਹੀ ਮੁੰਡਾ ਇੱਕ ਕਾਨੂੰਗੋ ਸੀਗਾ, ਭੀਮ ਸੈਨ, ਜਲਾਲ ਪਿੰਡ ਦਾ, ਇਹਦਾ ਹੀ ਬੰਦਾ ਸੀ। 2002 ਤੋਂ ਲੈ ਕੇ 2017 ਤਾਈਂ ਉਹਨੇ ਇਹਨੂੰ ਹੀ ਵੋਟਾਂ ਪਾਈਆਂ ਨੇ। ਉਹ ਪਿਛਲੀ ਵਾਰ ਮੇਰੇ ਕੋਲੇ ਪੰਚਾਇਤਾਂ ਲੈ ਕੇ ਆ ਗਿਆ ਜੀ, ਮੇਰਾ ਬਣਦਾ, ਮੈਨੂੰ ਤਹਿਸੀਲਦਾਰ ਬਣਾ ਦਿਓ। ਮੈਂ ਵਿਕਰਮ ਜੀ ਨੂੰ ਕਿਹਾ, ਵਿਕਰਮ ਜੀ ਕਹਿੰਦੇ ਵੀ ਇਹਦੇ 4 ਮਹੀਨੇ ਹਲੇ ਰਹਿੰਦੇ ਨੇ, ਜਿੰਨੀ ਉਹ ਸ਼ਰਤ ਹੁੰਦੀ ਹੈ ਜਿਹੜੀ, ਉਹ 4 ਮਹੀਨੇ ਰਹਿੰਦੇ ਆ। 4 ਮਹੀਨਿਆਂ ਤੋਂ ਬਾਅਦ ਤਾਂ ਬਣ ਸਕਦਾ, ਹੁਣ ਇਹ ਬਣ ਨਹੀਂ ਸਕਦਾ, ਕਾਨੂੰਨੀ ਗਲਤ ਹੈ। ਆਪਾਂ ਚੁੱਪ ਕਰਕੇ ਠੀਕ ਹੈ। ਮੁੜ ਕੇ ਕਾਂਗਰਸ ਦੀ ਸਰਕਾਰ ਆ ਗਈ, ਇਹਦੇ ਕੋਲੇ ਮਾਲ ਮਹਿਕਮਾ ਆ ਗਿਆ। ਉਹਨੂੰ ਤਾਂ ਐਂ ਸੀ ਵੀ ਮੈਂ ਤਾਂ ਹੁਣ ਬਣਾਇਆ ਹੀ ਆ। ਉਹ ਜਦੋਂ ਗਿਆ ਤੇ ਨਹੀਂ ਬਣਾਇਆ, ਉਹਨੂੰ ਟਾਲਾ ਫਾਲਾ ਕਰਦਾ। ਸ਼ਰਤ ਵੀ ਉਹ ਤਾਂ ਪੂਰੀ ਹੋ ਗਈ ਸੀ, ਟਾਈਮ ਦੀ, ਸਭ ਕੁਛ। ਫਿਰ ਉਹਨੂੰ ਪੁੱਛਿਆ ਵੀ ਤੇਰੀ ਤਾਂ ਇੰਨਾ ਚਿਰ ਲਿਹਾਜ਼ ਰਹੀ, ਤੂੰ ਇੰਨਾ ਚਿਰ ਵੋਟਾਂ ਪਾਉਂਦਾ ਰਿਹਾ, ਤੈਨੂੰ ਕਿਉਂ ਨਹੀਂ ਬਣਾਇਆ? ਉਹ ਕਹਿੰਦਾ ਜੀ ਪੈਸੇ ਇੰਨੇ ਮੰਗ ਲਏ, ਮੈਂ ਦੇ ਹੀ ਨਹੀਂ ਸੀ ਸਕਦਾ, ਇਸ ਕਰਕੇ ਮੈਂ ਰਹਿ ਗਿਆ। ਜਿਹੜੇ ਹੱਕ ਬਣਦਾ ਸੀ ਜਿਨ੍ਹਾਂ ਦਾ, ਉਹ ਤਾਂ ਬਣਾਏ ਨਹੀਂ ਤੂੰ ਦੂਜੇ ਕਿਵੇਂ ਬਣਾਤੇ? ਸੋ ਇਸ ਕਰਕੇ ਹਰ ਗੱਲ ਦੇ ਵਿੱਚ ਇਕੱਲਾ ਇੱਥੋਂ ਤੱਕ ਨਹੀਂ ਸਬਰ ਕੀਤਾ। ਬਠਿੰਡੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹੋਈ, ਕਿੰਨਾ ਰੌਲਾ ਪਿਆ, ਸੜਕਾਂ 'ਤੇ ਧਰਨੇ ਲਾਏ, ਸਾਰੇ ਹੀ ਕਾਂਗਰਸੀ ਜਿੱਤੇ ਸੀ, ਕੋਈ ਅਕਾਲੀ ਨਹੀਂ ਸੀ ਉੱਥੇ ਜਿੱਤਿਆ, ਜਿੱਤਣ ਦਿੱਤਾ ਹੀ ਨਹੀਂ ਸੀ, ਕਾਗਜ਼ ਰੱਦ ਕਰਤੇ ਸੀ ਸਾਰਿਆਂ ਦੇ। ਉੱਥੇ ਕਾਂਗਰਸੀ ਜਿੱਤੇ ਸੀ, ਦੂਜੇ ਧੜੇ ਕੋਲੇ ਮੈਜੋਰਟੀ ਸੀ। 2 ਵਾਰੀ ਚੋਣ ਮੁਲਤਵੀ ਕੀਤੀ ਗਈ, ਤੀਜੀ ਵਾਰ ਫਿਰ ਰਸਤੇ ਬੰਦ ਕਰਕੇ ਵਿਰੋਧੀਆਂ ਨੂੰ ਆਉਣ ਨਹੀਂ ਦਿੱਤਾ ਗਿਆ ਉੱਥੇ। ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਸੁਈਸਾਈਡ ਕਰ ਗਿਆ, ਉਹਨੂੰ ਤੋਂ ਪੈਸੇ ਵੀ ਲੈ ਲਏ ਤੇ ਬਣਾਇਆ ਨਾ। ਉਹਦਾ ਬੜਾ ਰੌਲਾ ਜਾਖੜ ਕੋਲੇ, ਉਹਦੀ ਘਰ ਵਾਲੀ ਨੇ ਖੁਦ ਕਿਹਾ ਸਾਰਾ ਕੁਛ, ਸੁਨੀਲ ਜਾਖੜ ਕੋਲੇ। ਉੱਥੇ ਧੱਕੇ ਨਾ ਉਹਦਾ ਰੌਲਾ ਅੱਜ ਵੀ ਪਈ ਜਾਂਦਾ 55 ਲੱਖ ਰੁਪਏ ਦਾ। ਇਹੋ ਜਿਹੀਆਂ ਸਾਡੇ ਮਿਊਨਿਸਪਲ ਕਮੇਟੀਆਂ ਦੇ ਵਿੱਚ ਉੱਥੇ ਮੋਟੀਆਂ ਰਕਮਾਂ ਲੈ ਕੇ ਪ੍ਰਧਾਨ ਬਣਾਏ ਗਏ। ਸਾਡੀ ਟਰੱਕ ਯੂਨੀਅਨ ਰਾਮਪੁਰਾ ਪੰਜਾਬ ਦੀ ਸਭ ਤੋਂ ਵੱਡੀ ਯੂਨੀਅਨ ਹੈ, 1800-1900 ਟਰੱਕ ਆ ਉੱਥੇ। 10 ਸਾਲ ਸਾਡਾ ਰਾਜ ਰਿਹਾ, ਕਦੇ ਵੀ ਅਸੀਂ ਕਿਸੇ ਟਰੱਕ ਵਾਲੇ ਤੋਂ 1 ਰੁਪਈਆ ਨਹੀਂ ਸੀ ਕੱਢਦੇ ਹੁੰਦੇ ਖਰਚੇ ਦਾ, ਬਲਕਿ ਸਾਲ ਦੇ ਸਾਲ ਜਿਹੜੇ ਕੋਈ ਪੈਸੇ ਯੂਨੀਅਨ 'ਚ ਵੱਜ ਜਾਂਦੇ ਸੀ ਉਹਨਾਂ 'ਚ ਮੁਨਾਫਾ ਵੰਡ ਦਿੰਦੇ ਹੁੰਦੇ ਸੀ। ਇਹ ਰਿਕਾਰਡ ਆ। ਪੰਜਾਬ 'ਚ 2 ਹੀ ਯੂਨੀਅਨਾਂ ਸੀ, ਇੱਕ ਭਗਤਾ ਭਾਈਕਾ ਤੇ ਇੱਕ ਰਾਮਪੁਰਾ ਮੇਰੇ ਹਲਕੇ 'ਚ। ਦੋਨਾਂ 'ਚ ਹਰ ਸਾਲ ਮੁਨਾਫਾ ਵੰਡਿਆ ਜਾਂਦਾ ਸੀ, ਪੰਜਾਬ 'ਚ ਕਿਤੇ ਨਹੀਂ ਸੀ ਵੰਡਿਆ ਜਾਂਦਾ, ਤੇ ਨਾਲ ਕੋਈ ਖਰਚਾ ਨਹੀਂ ਸੀ ਕੱਟਿਆ ਜਾਂਦਾ। ਹੁਣ
1500 ਰੁਪਇਆ ਪ੍ਰਤੀ ਟਰੱਕ ਇੱਕ ਸੀਜ਼ਨ 'ਚ ਖਰਚਾ ਕੱਟਿਆ ਜਾਂਦਾ ਹੈ, ਮੁਨਾਫਾ ਕੋਈ ਨਹੀਂ ਵੰਡਿਆ ਜਾਂਦਾ। ਇੱਕ ਫੈਕਟਰੀ ਸੀ ਸਾਡੇ ਖਾਦ ਦੀ ਉੱਥੇ ਲਹਿਰੇ ਮੁਹੱਬਤ ਥਰਮਲ ਪਲਾਂਟ 'ਚ, ਉੱਥੇ ਟਰੱਕ ਯੂਨੀਅਨ ਕੰਮ ਕਰਦੀ ਸੀ, ਉਹ ਉੱਥੋਂ ਬੰਦ ਕਰਕੇ 2 ਲੱਖ 3 ਕੰਪਨੀਆਂ ਉੱਥੇ ਪ੍ਰਾਈਵੇਟ ਕੰਮ ਕਰਦੀਆਂ ਨੇ ਸੀਮਿੰਟ ਦਾ, ਤਿੰਨਾਂ ਨੂੰ ਕੰਮ ਦੇ ਕੇ 2 ਲੱਖ ਰੁਪਇਆ ਪ੍ਰਤੀ ਕੰਪਨੀ ਉੱਥੋਂ ਇਕੱਠਾ ਹੋਣ ਲੱਗ ਗਿਆ, ਟਰੱਕ ਵਾਲਿਆਂ ਦਾ ਵੀ ਹੋ ਗਿਆ। ਜਾਣੀ ਮੇਰਾ ਮਤਲਬ ਵੀ ਕਿਤੋਂ ਵੀ ਕੋਈ ਥਾਂ ਛੱਡਿਆ ਨਹੀਂ ਵੀ ਜਿਹੜਾ ਕੋਈ ਆਪਾਂ ਕਹੀਏ ਵੀ ਕਿਤੇ ਕੋਈ ਛੱਡਦਾ ਹੋਵੇ। ਜਿੱਥੇ ਕੋਈ ਮਿਨਿਸਟਰ ਕਿਸੇ ਹਲਕੇ ਦਾ ਹਟ ਜਾਂਦਾ ਹੈ, ਲੋਕਾਂ ਨੂੰ ਥੋੜ੍ਹਾ ਬਹੁਤਾ ਹੁੰਦਾ ਵੀ ਸਾਡਾ ਮਿਨਿਸਟਰ ਸੀ ਚੰਗਾ ਸੀ ਹਟ ਗਿਆ। ਪਹਿਲਾ ਮਿਨਿਸਟਰ ਹੈ ਮੈਨੂੰ ਲੱਗਦਾ ਪੰਜਾਬ 'ਚ ਆਪਣੇ 5 ਹਟੇ ਆ, ਕਿਤੇ ਨਹੀਂ ਆਏ ਹੋਇਆ ਖਰੜ ਵੀ, ਭਾਵੇਂ ਬਲਵੀਰ ਵੀ ਬੜਾ ਬਦਨਾਮ ਸੀ ਸਿੱਧੂ, ਦੱਸਿਆ ਅੱਜ ਉਹਨੇ ਸਾਰਾ ਬਿਆਨ ਦਿੱਤਾ ਹੈਗਾ ਆਪਣੇ ਨੇ ਵੀਰ ਦਵਿੰਦਰ ਜੀ ਨੇ, ਮੇਰੇ ਕੋਲ ਵੀ ਕਾਫੀ ਕੁਛ ਹੈ। ਤੇ ਪਰ ਕਿਤੇ ਨਹੀਂ ਲੱਡੂ, ਸਾਡੇ ਹਲਕੇ ਤੇ ਸਾਰੇ 'ਚ ਲੱਡੂ ਵੰਡੇ ਗਏ, ਕੋਈ ਪਿੰਡ ਨਹੀਂ ਜਿੱਥੇ ਲੱਡੂ ਨਾ ਵੰਡੇ। ਹੁਣ ਲੋਕਾਂ ਨੂੰ ਚਾਹ ਚੜ੍ਹ ਗਿਆ ਵੀ ਇਹ ਹਟ ਗਿਆ। ਬੋਰਡ ਲਾਤੇ, ਕਾਂਗਰਸੀਆਂ ਦੇ ਬੋਰਡ ਲੱਗੇ ਆ, ਇੱਥੇ ਤੁਹਾਨੂੰ ਵਿਖਾ ਦਿੰਦਾ, ਮੇਰੇ ਕੋਲ ਵੀਡੀਓ ਹੈਗੀ ਹੈ, ਕਾਂਗਰਸੀਆਂ ਨੇ ਬੋਰਡ ਲਾਏ ਆ, ਧੰਨਵਾਦ ਕੀਤਾ ਚੰਨੀ ਜੀ ਦਾ, ਹੋਰਾਂ ਦਾ। ਇਹ ਵੀ ਮੈਨੂੰ ਤਾਂ ਪਤਾ ਲੱਗਿਆ ਕੋਈ ਕਾਂਗਰਸੀ ਇਕੱਠੇ ਹੋ ਕੇ ਧੰਨਵਾਦ ਕਰਨ ਇੱਥੇ ਲੋਕਲ ਲੈਵਲ 'ਤੇ ਵੀ ਆਉਣਗੇ। ਹੁਣ ਇਹੋ ਜਿਹਾ ਮਿਨਿਸਟਰ ਜੀ ਦਾ ਇਹ ਹਾਲ ਹੋਵੇ ਕਿ ਲੋਕੀ ਹਟਣ 'ਤੇ ਇੰਨੇ ਖੁਸ਼ ਹੋਏ, ਹੁਣ ਥਾਂ ਥਾਂ ਲੱਡੂ ਵੰਡੇ ਜਾਂਦੇ ਰਹਿੰਦੇ ਹੁਣ, ਤੇ ਉਹ ਆਖੇ ਮੈਂ ਬੜਾ ਕੰਮ ਕੀਤਾ, ਮੈਂ ਬੜਾ ਕਾਬਲ ਮਿਨਿਸਟਰ ਹਾਂ। ਕੰਮ ਕੁਮ ਤਾਂ ਹਲਕੇ 'ਚ ਇੱਕ ਵੀ ਨਹੀਂ, ਸਿੰਗਲ ਵੀ ਕੋਈ ਕੰਮ ਨਹੀਂ ਜਿਹੜਾ ਕਿ ਉਹ ਗਿਣਾ ਸਕਦਾ ਹੋਵੇ। ਸੋ ਇਹੋ ਜਿਹੀਆਂ ਗੱਲਾਂ ਦੇ ਵਿੱਚ ਆਪੇ ਦੋ ਧੋਤੇ ਨਹੀਂ ਬਣਨਾ ਚਾਹੀਦਾ। ਫੈਸਲਾ ਤਾਂ ਲੋਕੀ ਕਰਦੇ ਨੇ, ਬੋਲ ਤਾਂ ਤੇਰਾ ਹਲਕਾ ਰਿਹਾ, ਹੁਣ ਵੀ ਉੱਥੇ ਤੇਰੇ ਮਗਰੋਂ ਕਿੰਨਾ ਲੋਕਾਂ ਨੂੰ ਚਾਅ ਚੜਿਆ ਤੇਰੇ ਹਟ ਜਾਣ ਦਾ। ਤੂੰ ਆਪ ਹੀ ਕਹੀ ਜਾਵੇਂ ਮੈਂ ਬਹੁਤ ਚੰਗਾ, ਮੈਂ ਬਹੁਤ ਤਰੱਕੀ, ਮੈਂ ਬੜੇ ਕੰਮ ਕਰਾਏ, ਮੈਂ ਬੜੀ ਸੇਵਾ ਕੀਤੀ, ਮੈਂ ਲਾਲ ਖੀਰ ਤਾਂ ਬਿਕਰਮ ਸਿੰਘ ਹੋਰੀ ਕਰ ਗਏ ਸੀ, ਮਜੀਠਾ ਸਾਹਿਬ ਵਾਲੀ ਹੋ ਗਿਆ ਸੀ ਸਾਰਾ, ਇਹਨੇ ਲਾਲ ਖੀਰ ਦਾ ਕਿਹੜਾ ਕੋਈ ਨਵਾਂ ਕੰਮ ਕੀਤਾ। ਸੋ ਟੋਟਲ ਝੂਠ ਦਾ ਜਿਹੜਾ ਮੈਂ ਸਮਝਦਾ ਵੀ ਇਹ ਪੁੱਛਦੇ ਸਾਡਾ ਕਸੂਰ ਕੀ ਹੈ। ਪ੍ਰਸ਼ਾਂਤ ਕਿਸ਼ੋਰ ਦੀ ਲਿਸਟ ਵੇਖ ਲਓ ਦਿੱਲੀ ਜਾ ਕੇ, ਉਹਦੀ ਸਾਰਾ ਕੁਝ ਲਿਖਿਆ ਵਾ, ਉੱਥੇ ਤੁਹਾਨੂੰ ਪਤਾ ਲੱਗ ਜੂ ਤੁਹਾਡਾ ਕਸੂਰ ਕੀ ਹੈ। ਤੁਹਾਡੇ ਦੋਨਾਂ ਦੇ ਡਿਟੇਲ ਨਾਲ ਲਿਖਿਆ ਵਾ ਸਾਰਾ ਕੁਝ। ਜੇ ਤੁਸੀਂ ਕਸੂਰ ਪੁੱਛਣਾ ਤੇ ਪ੍ਰਸ਼ਾਂਤ ਕਿਸ਼ੋਰ ਦੀ ਲਿਸਟ ਵੇਖ ਲਓ ਜਾ ਕੇ, ਉੱਥੇ ਤੁਹਾਨੂੰ ਪਤਾ ਲੱਗ ਜੂ ਕਸੂਰ ਕੀ ਹੈ। ਕਿਸੇ ਕਸੂਰ ਤੋਂ ਬਿਨਾਂ ਤਾਂ ਨਹੀਂ ਨਾ ਉਸ ਗੱਲ ਦੇ ਵਿੱਚ, ਕਿਸੇ ਗੱਲ ਦੇ ਵਿੱਚ ਹਟਦਾ। ਜੇ ਤੁਹਾਨੂੰ ਕੱਢਿਆ ਹੈ ਤੇ ਕਿਸੇ ਕਸੂਰ ਕਰਕੇ ਹੀ ਕੱਢਿਆ ਹੋਊਗਾ। ਤੇ ਪ੍ਰਸ਼ਾਂਤ ਕਿਸ਼ੋਰ ਦੀ ਲਿਸਟ ਤਾਂ ਸਾਨੂੰ ਵੀ ਪਤਾ ਹੈ, ਤੁਸੀਂ ਵੇਖ ਲਓ ਜਾ ਕੇ, ਪਤਾ ਤਾਂ ਤੁਹਾਨੂੰ ਵੀ ਹੋਊਗਾ, ਪਰ ਤੁਸੀਂ ਵੇਖ ਲਓ ਜਾ ਕੇ, ਉੱਥੇ ਕੱਢ ਲਓ। ਸੋ ਇਸ ਤਰ੍ਹਾਂ ਦੇ ਗੱਲ ਦਾ ਮੈਨੂੰ ਗੁੱਸਾ ਤਾਂ ਇਹ ਹੈ ਵੀ ਜਿਹੜਾ ਬੰਦਾ ਐਡਾ ਵੱਡਾ ਝੂਠ ਬੋਲ ਸਕਦਾ ਕਿ ਸਾਡੇ ਪਰਿਵਾਰ ਦੇ 4 ਬੰਦੇ ਮਰਡਰ ਹੋ ਗਏ, ਇਹਦਾ ਮੈਂ ਤੁਹਾਨੂੰ ਵੀ ਬੇਨਤੀ ਕਰਦਾ, ਭਾਵੇਂ ਤੁਸੀਂ ਵੀ ਪਤਾ ਕਰਕੇ ਉੱਥੇ ਭੇਜ ਕੇ ਕੋਈ ਬੰਦਾ ਮੰਗਾ ਲਓ ਵੀ ਇਹ ਗੱਲ, ਇਹਨਾਂ 'ਚੋਂ ਜਿਹੜੀਆਂ ਗੱਲਾਂ ਮੈਂ ਕਹੀਆਂ ਕੋਈ ਇੱਕ ਝੂਠੀ ਹੈਗੀ ਹੈ ਤੇ ਜਿਹੜੀਆਂ ਉਹਨੇ ਕਹੀਆਂ ਉਹਨਾਂ 'ਚ ਕੋਈ ਸੱਚੀ ਹੈਗੀ ਹੈ, ਕਰਾ ਸਕਦੇ ਆ ਪਤਾ। ਤੇ ਮੈਂ ਕਹਿੰਦਾ ਇੰਨੇ ਜ਼ਿੰਮੇਵਾਰ ਪੋਸਟਾਂ 'ਤੇ ਰਹਿ ਕੇ ਬੰਦਿਆਂ ਨੇ ਫਿਰ ਸੋਚਣਾ ਕਿ ਸਾਡਾ ਕਸੂਰ ਕੀ ਹੈ। ਇੰਨੇ ਝੂਠ ਬੋਲਣੇ ਉਦੋਂ ਬਾਅਦ ਵੀ, ਜਿਹੜੇ ਬਿਨਾਂ ਮਤਲਬ ਦੋਸ਼ ਲਾਉਣੇ। ਕੱਲ੍ਹ ਇੱਕ ਸਪੋਕਸਮੈਨ ਦੇ ਵਿੱਚ ਮੈਂ ਅੱਜ ਬਿਆਨ ਜਿਹਾ ਪੜ੍ਹਿਆ, ਕੱਲ੍ਹ ਬੋਲਿਆ ਮਾੜਾ ਜਿਹਾ, ਮਲੂਕਾ ਸਾਹਿਬ ਮੈਥੋਂ ਵੱਡੇ ਆ, ਉਹਨਾਂ ਨੂੰ ਜਾਤੀ ਨਹੀਂ ਕਰਨਾ ਚਾਹੀਦਾ ਫਲਾਣਾ। ਤੂੰ ਕਾਹਦੇ ਝੂਠ ਬੋਲ ਕੇ ਗਿਆ ਇੱਥੇ ਵੀ 4 ਮਰਡਰ ਸਿਰ ਲਾਉਣੇ ਕਿਸੇ ਬੰਦੇ ਦੇ, ਜਿਹੜੀ ਕਿ ਹੋਈ ਨਾ ਹੋਵੇ ਗੱਲ। ਇਦੋਂ ਤਾਂ ਫਿਰ ਨੀਵੀਂ ਪੱਧਰ ਦੀ ਕੋਈ ਸਿਆਸਤ ਦੁਨੀਆ ਦੇ ਵਿੱਚ ਮੈਂ ਤਾਂ ਕਹਿੰਦਾ ਅੱਜ ਤਾਈਂ ਹੋ ਹੀ ਨਹੀਂ ਸਕਦੀ। ਸੋ ਵੀ ਇਹੋ ਜਿਹੇ ਬੰਦਿਆਂ ਨੇ ਪਾਰਟੀਆਂ ਨੂੰ ਬਦਨਾਮ ਕਰਦੇ ਨੇ, ਇਹੋ ਜਿਹੇ ਬੰਦੇ ਸਰਕਾਰਾਂ ਨੂੰ ਬਦਨਾਮ ਕਰਦੇ ਨੇ। ਚਲੋ ਰੱਖਣਾ ਕੱਢਣਾ ਸਰਕਾਰ ਦੀ ਮਰਜ਼ੀ ਹੁੰਦੀ ਹੈ, ਸਾਡਾ ਤਾਂ ਕੋਈ ਏਜੰਡਾ ਨਹੀਂ ਹੁੰਦਾ। ਪਰ ਜਿੰਨਾ ਅੱਗ ਇਹਨੇ ਮਚਾਈ ਸੀ, ਕੈਪਟਨ ਅਮਰਿੰਦਰ ਸਿੰਘ ਦਾ ਮਹਿਲ ਵੀ ਮੈਂ ਤਾਂ ਵੇਖਿਆ ਨਹੀਂ, ਤੁਹਾਡੇ 'ਚ ਤਾਂ ਕੋਈ ਨਾ ਕੋਈ ਗਿਆ ਹੋਊਗਾ ਉੱਥੇ, ਮੈਂ ਤਾਂ ਨਹੀਂ ਵੇਖਿਆ ਜੀ, ਤੁਹਾਡੇ 'ਚ ਕੋਈ ਨਾ ਕੋਈ ਸ਼ਾਇਦ ਗਿਆ ਹੋ ਪ੍ਰੈਸ ਵਾਲਿਆਂ 'ਚੋਂ, ਕਹਿੰਦੇ ਕਾਫੀ ਵੱਡਾ ਹੈ, ਪਰ 2 ਸਾਲਾਂ 'ਚ ਬਣ ਗਿਆ। ਸਾਡੇ ਮੰਤਰੀ ਦੀ ਕੋਠੀ ਬਣਦੀ ਨੂੰ 5 ਸਾਲ ਹੋ ਗਏ ਜੀ, ਹਲੇ ਬਣੀ ਨਹੀਂ, 5 ਸਾਲ ਹੋ ਗਏ, 2 ਸਾਲ ਹਲੇ ਹੋਰ ਲੱਗਣਗੇ। ਇਹ ਹਿਸਾਬ ਲਾ ਲਓ ਫਿਰ ਜਿਹੜਾ ਇੱਕ ਵਜ਼ੀਰ ਦੀ ਕੋਠੀ 5 ਸਾਲਾਂ 'ਚ ਮੁਕੰਮਲ ਨਹੀਂ ਹੋਈ, ਹਲੇ ਜ਼ੋਰਾਂ ਸ਼ੋਰਾਂ ਨਾਲ ਕੰਮ ਚੱਲੀ ਜਾਂਦੇ ਨੇ, ਤੇ ਮੁੱਖ ਮੰਤਰੀ ਦਾ ਘਰ ਬਣ ਗਿਆ 2 ਸਾਲਾਂ ਦੇ ਵਿੱਚ। ਇੱਥੋਂ ਲਾਓ ਆਪਾਂ ਸਾਰੇ ਅੰਦਾਜ਼। ਹਲੇ ਵੀ ਜੇ ਗਿਣਦੇ ਆ ਕਿ ਅਸੀਂ ਤਾਂ ਕੁਛ ਨਹੀਂ ਕੀਤਾ ਜੀ, ਅਸੀਂ ਤਾਂ ਗਰੀਬ ਹੈ ਜੀ, ਅਸੀਂ ਤਾਂ ਫਲਾਨਾ ਜੀ, ਅਸੀਂ ਤਾਂ ਬਿਲਕੁਲ ਪਾਕ ਹੈ, ਦੁੱਧ ਧੋਤੇ ਹਾਂ ਦੋਨੇ। ਉਹ ਦੂਜਾ ਵੀ ਮੇਰਾ ਗੁਆਂਢੀ ਹੈ, ਤਪੇ ਦਾ ਹੀ ਹੈ, ਬਲਵੀਰ ਸਿੱਧੂ ਵੀ ਸਾਡੇ ਪਿੰਡਾਂ ਕੋਲ ਦਾ ਹੀ ਹੈ, ਮੇਰੇ ਪਿੰਡ ਦੇ ਨੇੜੇ ਦਾ ਹੀ ਹੈ, ਤਪੇ ਦਾ ਹੀ ਹੈ। ਜੇ ਇਹਨਾਂ ਨੂੰ ਬਹੁਤਾ ਹੀ ਹੈ, ਮੈਂ 10 ਸਾਲ ਮਿਨਿਸਟਰ ਰਿਹਾ, ਸਰਕਾਰ ਮੈਨੂੰ ਪਾਰਟੀ ਦੇ ਵਿੱਚ 45 ਸਾਲ ਹੋ ਗਏ, 46 ਸਾਲ, 10 ਸਾਲ ਮੈਂ ਮਿਨਿਸਟਰ ਰਹਿ ਗਿਆ। ਬਾਕੀ ਵੀ ਪਹਿਲਾਂ ਵੀ 78 ਦੇ ਵਿੱਚ ਵੀ ਮੈਂ ਚੇਅਰਮੈਨ ਰਿਹਾ ਪੰਜਾਬ ਲੈਂਡ ਮਾਰਗੇਜ ਬੈਂਕ ਦਾ। ਮੈਂ ਇਹਨਾਂ ਨੂੰ ਕਹਿਣਾ ਵੀ ਜੇ ਵਾਕਈ ਤੁਸੀਂ ਵਾਕਈ ਸਾਫ਼ ਸੁਥਰੇ ਆ, ਆਪਣੇ MLA ਬਣਨ ਤੋਂ ਪਹਿਲਾਂ, ਮੇਰਾ ਵੀ MLA ਬਣਨ ਤੋਂ ਪਹਿਲਾਂ, ਉਹਨਾਂ ਦਾ ਵੀ MLA ਬਣਨ ਤੋਂ ਪਹਿਲਾਂ, ਜੋ ਜਾਇਦਾਦ ਸੀ ਉਹ ਛੱਡ ਦਿਆਂਗੇ ਸਾਰੀ। ਉਦੋਂ ਬਾਅਦ ਵਾਲੀ ਜਾਇਦਾਦ ਹੈ, ਚਾਹੇ ਨਾਮੀ ਬੇਨਾਮੀ ਜੋ ਵੀ ਹੈ, ਕਿਤੇ ਵੀ ਕਿਸੇ ਦੀ ਹੈਗੀ ਬਿੰਗੀ ਟੇਢੀ ਜੋ ਵੀ ਹੈਗਾ, ਤੇ ਮੇਰੇ ਨਾਲ ਵਟਾ ਲੈਣ। ਫਿਰ ਮੈਂ ਤਾਂ 10 ਸਾਲ ਵਜ਼ੀਰ ਰਿਹਾ, ਉਹ ਤਾਂ 3.5 ਸਾਲ ਬੜਾ ਰਹੇ ਦੋਨੇ ਜਣੇ ਵਜ਼ੀਰ। ਤੇ ਜੇ ਉਹਨਾਂ ਨੂੰ ਵਾਕਿਆ ਹੀ ਲੱਗਦਾ ਤੇ ਮੇਰੇ ਨਾਲ ਵਟਾ ਲੈਣ। ਫਿਰ ਜਿਹਦੀ ਦੋਨਾਂ 'ਚੋਂ ਮਰਜ਼ੀ ਖੁੱਲ੍ਹੀ ਛੁੱਟੀ ਹੈ, ਬਲਵੀਰ ਸਿੰਘ ਉਹਨੇ ਵਟਾਉਣੀ ਚਾਹੁੰਦੀ ਉਹ ਵਟਾ ਲੇ, ਕਾਂਗੜ ਵਟਾਉਣਾ ਚਾਹੁੰਦਾ ਉਹ ਵਟਾ ਲੇ, ਮੈਂ ਤਾਂ ਖੁਸ਼ ਹਾਂ, ਇਹ ਕਰ ਲੈਣ। ਫਿਰ ਜੇ ਉਹਨਾਂ ਨੇ ਜੋ ਹੀ ਨਹੀਂ ਕੁਛ ਕੀਤਾ, ਬਿਲਕੁਲ ਸੱਚੇ ਸੁੱਚੇ ਨੇ, ਤੇ ਮੈਨੂੰ ਦੋਨਾਂ ਦੀ ਜ਼ਮੀਨ ਦਾ ਪਤਾ, ਪਹਿਲਾਂ ਇਹਨਾਂ ਦੀ MLA ਬਣਨ ਤੋਂ ਕੀ ਕੁਛ ਸੀਗਾ ਮੈਨੂੰ ਦੋਨਾਂ ਬਾਰੇ ਪਤਾ, ਕਰ ਲੈਣ ਸੌਦਾ। ਸੋ ਇਹ ਜਿਹੇ ਬੰਦੇ ਜਿਹੜੇ ਹੈਗੇ ਆ,
ਇੰਨਾ ਝੂਠ ਬੋਲਦੇ ਆ ਪ੍ਰੈਸ ਕਾਨਫਰੰਸਾਂ ਦੇ ਵਿੱਚ, ਇੰਨਾ ਰੋ ਕੇ ਡਰਾਮਾ ਕਰਦੇ ਆ ਲੋਕਾਂ ਦੀ ਹਮਦਰਦੀ ਲੈਣ ਦੀ ਖਾਤਰ। ਇਹ ਗਲਤ ਨੇ ਗੱਲਾਂ, ਪੋਲੀਟਿਕਸ ਦੇ ਵਿੱਚ ਇਹ ਹੁੰਦੀਆਂ ਰਹਿੰਦੀਆਂ ਗੱਲਾਂ ਨੇ। ਇਹਨਾਂ ਨਹੀਂ ਨੀਵੀਂ ਪੱਧਰ ਤੇ ਬੰਦਿਆਂ ਨੂੰ ਕਦੇ ਵੀ ਜਾਣਾ ਚਾਹੀਦਾ ਕਿ ਇੱਥੋਂ ਤੱਕ ਨੀਵੀਂ ਪੱਧਰ ਤੇ ਜਾਣਾ। ਇਹ ਆਫਰ ਸੀ ਜਾਂ ਚੈਲੰਜ ਸੀਗਾ ਜੀ? ਹੈ ਜੀ, ਵਟਾਂਦਰੇ ਵਾਲੀ ਗੱਲ ਆਫਰ ਤੇ ਦੇ ਕਰ ਰਹੇ ਹੋ? ਨਹੀਂ ਮੈਂ ਤਾਂ ਆਫਰ ਕਰ ਰਿਹਾ ਜੀ, ਮੈਂ ਤਾਂ ਆਫਰ ਓਪਨਲੀ ਕਰ ਰਿਹਾ। ਕੋਈ ਚੈਨਲ ਦੀ ਮੈਨੂੰ ਕੀ ਕਹਿਣ ਦੀ ਗੱਲ ਹੈ? ਮੈਂ ਤਾਂ ਓਪਨਲੀ ਜਿਹੜੀ ਕਰਤੀ ਮੈਂ ਮੁਕਰੂੰਗਾ ਕਿਵੇਂ? ਕਰ ਦਿਓ ਤੁਸੀਂ, ਉਹਨਾਂ ਨੂੰ ਪੁੱਛ ਲਿਓ, ਆ ਜਾ ਪੂਰਾ ਖੁੱਲ੍ਹਾ ਆ। ਹੈ ਨਹੀਂ ਮੈਂ ਚੈਨਲ ਤੇ ਮੈਂ ਜ਼ਿੰਮੇਵਾਰ ਬੰਦਾ, ਐਵੇਂ ਥੋੜ੍ਹਾ ਚੈਨਲਾਂ ਤੇ ਕਹਿ ਕੇ ਮੈਂ ਕਿਵੇਂ ਭੱਜੂਗਾ, ਕਿਵੇਂ ਤੁਸੀਂ ਮੈਨੂੰ ਕਿਵੇਂ ਭੱਜਣ ਦਿਓਗੇ? ਹੁਣ ਤਾਂ ਗੱਲ ਸਾਰੇ ਗਈ। ਹਾਂ ਮਲੂਕਾ ਸਾਹਿਬ ਪੋਰਟਫੋਲੀਓ ਡਿਵਾਈਡ ਹੋ ਚੁੱਕੀ ਹੈ। ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਸ ਚੁੱਕਿਆ। ਸੁਖਜਿੰਦਰ ਰੰਧਾਵਾ ਜਿਨ੍ਹਾਂ ਨੂੰ ਪਹਿਲਾਂ ਮੁੱਖ ਮੰਤਰੀ ਦੌੜ ਦੇਖਿਆ ਜਾ ਰਿਹਾ ਸੀ ਔਰ ਸਿੱਧੇ ਤੌਰ ਤੇ ਅਕਾਲੀ ਦਲ ਦੇ ਨਾਲ ਉਹਨਾਂ ਦੀ ਟੱਕਰ ਦੇਖੀ ਜਾਂਦੀ ਹੈ, ਹੁਣ ਮਹਿਕਮਾ ਦੇ ਦਿੱਤਾ ਗਿਆ। ਵੈਸੇ ਤਾਂ ਜਿਹੜਾ ਮਹਿਕਮੇ ਵੰਡਣੇ ਕਰਨੇ ਕਾਂਗਰਸ ਪਾਰਟੀ ਦਾ ਕੰਮ ਹੈ ਜਾਂ ਮੇਨ ਮੁੱਖ ਮੰਤਰੀ ਦਾ ਕੰਮ ਹੈ। ਮੇਰੀ ਆਪਣੀ ਜਾਤੀ ਰਾਏ ਹੈ ਕਿ ਹੋਮ ਤੇ ਵਿਜੀਲੈਂਸ ਜੇ ਚੰਨੀ ਸਾਹਿਬ ਮੁੱਖ ਮੰਤਰੀ ਜੀ ਆਪਣੇ ਕੋਲੇ ਰੱਖਦੇ ਤਾਂ ਚੰਗਾ ਸੀ, ਵਧੀਆ ਸੀ, ਜ਼ਿਆਦਾ ਬੈਟਰ ਸੀ। ਬਾਕੀ ਉਹਨਾਂ ਦੀ ਮਰਜ਼ੀ ਹੈ, ਉਹਨਾਂ ਨੇ ਕਿਵੇਂ ਕੀਤਾ ਕੀ ਕਾਰਨ ਕੀ ਸਮਝਦੇ ਹੋ ਤੁਸੀਂ? ਕਾਰਨ ਤਾਂ ਵਿਚਾਰੇ ਚੰਨੀ ਸਾਹਿਬ ਤੇ ਦਬਾਅ ਹੀ ਹੋ ਸਕਦਾ, ਕਿ ਨਹੀਂ ਤਾਂ ਹੋਮ ਮਿਨਿਸਟਰ, ਹੋਮ ਮਹਿਕਮਾ ਚੀਫ ਮਿਨਿਸਟਰ ਤਕਰੀਬਨ ਆਪਦੇ ਕੋਲੇ ਹੀ ਰੱਖਦਾ ਹੁੰਦਾ, ਨਹੀਂ ਬਾਹਰ ਜਾਂਦਾ ਹੁੰਦਾ। ਨਹੀਂ ਉਹ ਤਾਂ ਸਾਰੇ ਤਾਂ ਆਪਾਂ ਨੂੰ ਪਤਾ ਹੀ ਹੈ, ਡਿਪਟੀ ਸੀਐਮ ਤੇ ਸੀਐਮ 'ਚ ਤਾਂ ਕੋਈ ਫਰਕ ਨਹੀਂ ਸੀ ਨਾ, ਉੱਥੇ ਤਾਂ ਇੱਕੋ ਹੀ ਗੱਲ ਸੀ, ਕਰਚੀ ਗੱਲ ਸੀਗੀ ਸਾਰੀ। ਮਲੂਕਾ ਸਾਹਿਬ ਰਾਜਾ ਵੜਿੰਗ ਧੁਰ ਦੀ ਕਈ ਵਾਰ ਨਿੱਜੀ ਟਿੱਪਣੀਆਂ ਵੀ ਕਰਦੇ ਉਹਨਾਂ ਨੂੰ ਟਰਾਂਸਪੋਰਟ ਮਹਿਕਮਾ ਦੇ ਦਿੱਤਾ। ਟਰਾਂਸਪੋਰਟ ਮਹਿਕਮਾ ਮੈਨੂੰ ਲੱਗਦਾ ਉਹਨੇ ਮੰਗ ਕੇ ਲਿਆ ਆਪਣੇ ਲੈਵਲ ਤੇ, ਮੇਰੀ ਸਮਝ ਦੇ ਮੁਤਾਬਕ ਵੀ, ਕਿਉਂਕਿ ਉਹਨੂੰ ਜਿਹੜੇ ਲੋਕਲ ਉਹਦਾ ਕੈਂਡੀਡੇਟ ਆ ਉੱਥੇ ਗਿੱਦੜੋਏ, ਉਹਨਾਂ ਕੋਲ ਵੱਡੀ ਟਰਾਂਸਪੋਰਟ ਆ, ਕਾਫੀ 200-250 ਗੱਡੀ ਹੈ। ਉਹਨਾਂ ਨੇ ਡਿੰਗੇ ਬਿੜਿੰਗੇ ਕਰੂਗਾ ਕੁਛ, ਬਾਦਲ ਸਾਹਿਬ ਕਹਿੰਦਾ ਵੀ ਡਿੰਗੇ ਬਿੜਿੰਗੇ ਮੈਨੂੰ ਲੱਗਦਾ ਕਰੂਗਾ, ਭਾਵੇਂ ਕਾਨੂੰਨੀ ਤੌਰ ਤੇ ਹੁੰਦਾ ਕੁਛ ਨਹੀਂ ਹੁੰਦਾ, ਕਿਉਂਕਿ ਜ਼ਿਆਦਾ ਚੀਜ਼ਾਂ ਕਾਨੂੰਨੀ ਤੌਰ ਤੇ ਹੀ ਹੁੰਦੀਆਂ ਨੇ। ਪਰ ਚਲੋ ਉਹਦੇ ਮਨ ਦੇ ਵਿੱਚ ਉਹਦੀ ਮਨ ਦੀ ਇੱਛਾ ਹੈ, ਪੂਰੀ ਹੋ ਜਾਊਗੀ ਉਹ ਵੀ ਲੋਕਾਂ 'ਚ, ਕਿ ਮੈਂ ਟਰਾਂਸਪੋਰਟ ਜੇ ਸਾਨੂੰ ਮਿਲ ਗਿਆ ਤਾਂ ਮੈਂ ਕਰੂੰਗਾ, ਮੈਂ ਉਹ ਕਰੂੰਗਾ। ਉਹ ਹੁਣ ਆਪਾਂ ਨੂੰ ਉਹ ਵੀ ਪਤਾ ਲੱਗ ਜਾਊਗਾ ਮਹਿਕਮਾ ਟਰਾਂਸਪੋਰਟ ਉਹਨੇ ਮੰਗ ਕੇ ਲਿਆ ਹੋ ਮੇਰੀ ਸਮਝ। ਨਹੀਂ ਮੈਂ ਤਾਂ ਕਿਹਾ ਵੀ ਬਾਦਲ ਸਾਹਿਬ ਕੋਲ ਵੀ ਟਰਾਂਸਪੋਰਟ ਹੈਗੀ, ਉਹ ਡਿੰਪੀ ਕੋਲ ਵੀ 250-300 ਬੱਸ ਹੈਗੀ ਉਹਦੇ ਕੋਲ, ਉਹ ਵੀ ਜਿਹੜਾ ਦੇ ਐਪੋਨੈਂਟ ਆ ਨਾ। ਨਹੀਂ ਦੇਖੋ, ਕਿਸੇ ਦੀ ਚੀਜ਼ ਕੋਈ ਆਪਾਂ ਇਉਂ ਨਹੀਂ ਬੰਦ ਕਰ ਸਕਦੇ ਕਿਸੇ ਦੀ, ਜਦ ਤਾਂ ਸਾਰੀ ਟਰਾਂਸਪੋਰਟ ਹੀ ਕੌਮੀ ਕਰਨੀ ਪਊਗੀ। ਜੇ ਇਹਨਾਂ ਨੇ ਕੋਈ ਕਰਨਾ ਸਟੈਪ ਚੱਕਣਾ ਸਰਕਾਰ ਨੇ, ਫਿਰ ਟੋਟਲ ਪੰਜਾਬ ਦੀ ਜਿਹੜੀ ਟਰਾਂਸਪੋਰਟ ਹੈ ਉਹ ਸਾਰੀ ਕੌਮੀ ਕਰਨੀ ਪਊਗੀ, ਇੱਕ ਦੀ ਨਹੀਂ ਕਰ ਸਕਦੇ ਤੁਸੀਂ ਕਿਸੇ ਦੀ। ਕੋਈ ਰੂਲ ਕਾਨੂੰਨ ਹੀ ਨਹੀਂ ਹੈਗਾ ਕਿ ਇੱਕ ਨੂੰ ਤੁਸੀਂ ਛੇੜ ਲਓ, ਜਾਂ ਤਾਂ ਸਾਰੀ ਟੋਟਲ ਦੀ ਟੋਟਲ ਵਿੱਚੇ ਫਿਰ ਕਾਂਗਰਸੀ ਵੀ ਜਾਣਗੇ, ਵੇਖ ਲੈਣ ਪੰਗਾ ਲੈ ਕੇ, ਤੇ ਜਾਂ ਫਿਰ ਇਕੱਲੇ ਨੂੰ ਨਹੀਂ ਛੇੜ ਸਕਣਗੇ। ਹਾਂ ਕੋਈ ਇੱਕ ਅੱਧੇ ਰੂਟ 'ਚ ਕੋਈ ਫਰਕ ਹੋਇਆ ਜਾਂ ਹੋਰ ਮੈਨੂੰ ਨਹੀਂ ਪਤਾ ਇਸ ਬਾਰੇ ਟਰਾਂਸਪੋਰਟ ਦੇ ਬਾਰੇ ਵਾਲਾ, ਉਹ ਉੱਥੇ ਕੋਈ ਹੋਊਗਾ ਤਾਂ ਕੋਈ ਇਹੋ ਜਿਹੀ ਗੱਲ ਨਹੀਂ। ਫਿਰ ਕੀ ਕੋਰਟ ਕਾਨੂੰਨ ਸਾਰੀਆਂ ਕਚਹਿਰੀਆਂ ਹੈਗੀਆਂ ਨੇ। ਲੋਕਾਂ ਸਾਹਿਬ APS ਦਿਓਲ ਹੋਰਾਂ ਨੂੰ AG ਲਾਇਆ, ਉਹ ਸੁਮੇਧ ਸਿੰਘ ਸੈਣੀ ਹੋਰਾਂ ਦੇ ਵੀ ਐਡਵੋਕੇਟ ਨੇ, ਕਿਹਦਾ ਦੇਖਦੇ ਹੋ ਤੁਸੀਂ? ਵੇਖੋ ਤਾਂ ਸਰਕਾਰ ਨੇ ਸੋਚਿਆ ਹੋਣਾ ਵੀ ਕਿਉਂ ਲਾਇਆ, ਕਿਵੇਂ ਲਾਇਆ। ਸੈਣੀ ਸਾਹਿਬ ਦੇ ਉਹ ਵਕੀਲ ਰਹੇ, ਇਹਦੇ 'ਚ ਕੋਈ ਦੋ ਰਿਆਂ ਨਹੀਂ। ਪਰ ਮੈਂ ਇਸ ਗੱਲ 'ਚ ਵੀ ਬਾਹਲਾ ਨਹੀਂ ਜਾਂਦਾ, ਕਿਉਂਕਿ ਵਕੀਲ ਤਾਂ ਜਦੋਂ ਵਿਹਲੇ ਹੁੰਦੇ ਉਹਨਾਂ ਨੇ ਕਿਸੇ ਨਾ ਕਿਸੇ ਦਾ ਹੋਣਾ ਹੀ ਹੁੰਦਾ। ਹੁਣ ਤਾਂ ਜਿਹੜਾ ਪੈਸੇ ਦੇ ਉਦੋਂ ਉਹਨਾਂ ਨੇ ਹੋ ਹੀ ਜਾਣਾ, ਭਾਵੇਂ ਕੋਈ ਜਾਵੜੋ, ਚੋਰ ਜਾਵੜੇ, ਸਾਧ ਜਾਵੜੇ, ਕਤਲ ਹੋਏ ਵਾਲਾ ਜਾਵੜੇ, ਕਤਲ ਕੀਤੇ ਵਾਲਾ ਜਾਵੜੇ, ਵਕੀਲ ਕੋਲੇ ਤੁਸੀਂ ਜਾਵੜੋ। ਜੇ ਤੁਸੀਂ ਕਤਲ ਕਰਕੇ ਗਏ ਉਹ ਆਖੋ ਬੇਫਿਕਰ ਹੋ ਜਾਓ, ਬਰੀ ਕਰਾ ਦੂੰਗਾ, ਚਿੰਤਾ ਨਾ ਕਰੋ। ਜੇ ਜਿਹਦਾ ਕਤਲ ਹੋਇਆ ਉਹ ਜਾਵੜਿਆ, ਆਖੋ ਫਾਂਸੀ ਤੋਂ ਘੱਟ ਮੈਂ ਰਹਿਣ ਨਹੀਂ ਦਿੰਦਾ, ਬੇਫਿਕਰ ਤੂੰ ਚਿੰਤਾ ਹੀ ਨਾ ਕਰ। ਸੋ ਵਕੀਲਾਂ ਤਾਂ ਪੈਸੇ ਲੈਣੇ ਹੁੰਦੇ, ਕੋਈ ਜਾਵੜੇ ਉਹ ਪੈਸੇ ਲੈ ਕੇ ਕੰਮ ਕਰਦੇ ਨੇ। ਉਹਨਾਂ ਦਾ ਕੋਈ ਨਾ ਕਿਸੇ ਸੈਣੀ ਨਾਲ ਸੰਬੰਧ ਹੁੰਦਾ, ਨਾ ਕਿਸੇ ਹੋਰ ਪਾਰਟੀ ਨਾਲ ਹੁੰਦਾ, ਉਹਨਾਂ ਦਾ ਆਪਦੇ ਕੰਮ ਨਾਲ ਹੀ ਵਿਹਾਰ ਹੁੰਦਾ। ਗਾਹ ਵਾਲਾ ਜਿਹੜਾ ਉਹਦਾ ਐਟੀਟਿਊਡ ਹੁਣ ਨਵਾਂ ਆਊਗਾ, ਉਹਦੇ ਤੋਂ ਪਤਾ ਲੱਗੂਗਾ ਕੀ ਕਰੂਗਾ।
ਪ੍ਰਾਥਮਿਕ ਮੌਕੇ ਤੇ ਪਹੁੰਚੇ ਆ, ਮੌਕਾ ਦੇਖਿਆ, 2 ਕੰਕਾਲ ਹੈਗੇ ਆ ਤੇ ਇਸ ਸਟੇਜ ਤੇ ਕੋਈ ਕਮੈਂਟ ਨਹੀਂ ਕੀਤਾ ਜਾ ਸਕਦਾ। ਆਫਟਰ ਪੋਸਟਮਾਰਟਮ ਵੀ ਵਿਲ ਬੀ ਏਬਲ ਟੂ ਸੇ ਸਮਥਿੰਗ। ਕਿੰਨੀ ਕੁ ਲੱਗਦਾ ਕਿ ਉਮਰ ਦੇ ਹੋ ਸਕਦੇ ਕੰਕਾਲ? ਇਹਦੇ ਬਾਰੇ ਵੀ ਕੁਝ ਕਮੈਂਟ ਨਹੀਂ ਕਰ ਸਕਦੇ। ਇਹਦਾ ਪੋਸਟਮਾਰਟਮ ਕਰਨ ਵਾਲੇ ਜਿਹੜੇ ਡਾਕਟਰ ਹੈ ਉਹਨਾਂ ਤੋਂ ਇਹਨਾਂ ਦੀ ਏਜ ਦਾ ਪਤਾ ਚੱਲ ਸਕਦਾ। ਕਿੰਨੀ ਕੁ ਹੋ ਸਕਦੀ ਦੇਰ ਇਸ ਡੈਡ ਬੋਡੀਆਂ ਨੂੰ? ਇਸ ਗੱਲ ਤੇ ਵੀ ਕਮੈਂਟ ਨਹੀਂ ਕੀਤਾ ਜਾ ਸਕਦਾ ਫਾਰ ਦੀ ਟਾਈਮ। ਲੜਕੀ ਹੈ ਜਾਂ ਲੜਕਾ ਹੈ ਇਹ ਕਿਹਾ ਜਾ ਸਕਦਾ? ਮਤਲਬ ਵੀ ਜੋ ਸਪੌਟ ਤੋਂ ਇਸ ਤਰ੍ਹਾਂ ਲੱਗਦਾ ਜੀ ਮੇ ਵੀ ਇੱਕ ਲੜਕੀ ਤੇ ਇੱਕ ਲੜਕਾ ਹੋ ਸਕਦੇ ਆ। ਇਸ ਦੇ ਤਹਿਤ ਕੀ ਮਾਮਲਾ ਦਰਜ ਕੀਤਾ ਜਾ ਰਿਹਾ? ਹਾਂ, ਮਤਲਬ ਵੀ ਸੀਨੀਅਰ ਅਫਸਰਾਂ ਦੇ ਧਿਆਨ ਦੇ ਵਿੱਚ ਲਿਆ ਕੇ ਵੀ ਜਿਹੜੀ ਕਿ ਬਣਦੀ ਕਾਰਵਾਈ ਕੀਤੀ ਜਾ ਰਹੀ ਹੈਗੀ ਹੈ। ਠੀਕ ਹੈ ਸਰ। ਕੋਈ ਮਿਸਿੰਗ ਦੀ ਕੋਈ ਇਲਾਕੇ ਦੇ ਵਿੱਚ ਅਜੇ ਰੀਸੈਂਟ ਮਿਸਿੰਗ ਦੀ ਕੋਈ ਨਹੀਂ ਹੈ। ਅਸੀਂ ਪਿਛਲੀ ਮਿਸਿੰਗ ਰਿਪੋਰਟਸ ਹੈਗੀਆਂ ਜੋ ਆਲੇ ਦੁਆਲੇ ਦੇ ਇਲਾਕੇ ਦੀਆਂ ਹੈਗੀਆਂ, ਉਹ ਅਸੀਂ ਉਹਦਾ ਰਿਕਾਰਡ ਮਤਲਬ ਵੀ ਚੈੱਕ ਕਰ ਰਹੇ ਹਾਂ। ਠੀਕ ਹੈ ਸਰ, ਥੈਂਕ ਯੂ। ਸਰ ਕੀ ਲੱਗਦਾ ਹੈ ਕਿ ਜਦੋਂ ਤੁਸੀਂ ਇੱਥੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਇਹ ਡੈਡ ਬੋਡੀਆਂ ਇੱਥੇ? ਅੱਜ ਸਰ ਸੁਬਾਹ ਅਸੀਂ ਗਸ਼ਤ ਕਰ ਰਹੇ ਸੀ, ਮੇਰੇ ਨਾਲ ਕਾਫੀ ਲੇਬਰ ਦੇ ਵਰਕਰ ਵੀ ਸੀ, ਕੰਮ ਵਗੈਰਾ ਸੀ, ਪਲਾਂਟੇਸ਼ਨ ਦਾ ਕੰਮ ਸਾਡੇ ਚੱਲਦੇ ਆ। ਉਹਦੇ ਦੌਰਾਨ ਅਸੀਂ ਦੇਖਿਆ ਕਿ ਮਤਲਬ ਇੱਥੇ ਸਾਨੂੰ ਕੰਕਾਲ 2 ਮਿਲੇ, ਕੁਛ ਨਾਲ ਮਾਸ ਵਗੈਰਾ ਤਾਂ ਹੈ ਨਹੀਂ ਸੀ, ਉੱਦਾਂ ਹੀ ਇੱਕ ਸਕੈਲਟਨ ਟਾਈਪ। ਉਸ ਤੋਂ ਬਾਅਦ ਮੇਰੇ ਵੱਲੋਂ ਜਾ ਕੇ ਫੌਰਨ ਹੀ ਜਿਹੜਾ ਪੁਲਿਸ ਥਾਣੇ ਤਲਵਾੜੇ ਇਤਲਾਹ ਕੀਤੀ ਗਈ। ਉਸ ਤੋਂ ਬਾਅਦ ਮੌਕਾ ਪੁਲਿਸ ਵੱਲੋਂ ਮੌਕਾ ਤੁਹਾਡੇ ਸਾਹਮਣੇ ਹੀ ਦੇਖਿਆ ਜਾ। ਜਾਂਚ ਜਦੋਂ ਤੁਸੀਂ ਇੱਥੇ ਰੋਜ਼ਾਨਾ ਗਸ਼ਤ ਕਰਦੇ ਉਹਦੇ ਵਿੱਚ ਕਦੀ ਨਹੀਂ ਪਾਇਆ ਗਿਆ? ਨਹੀਂ ਪਹਿਲੇ ਰੈਗੂਲਰ ਦੇਖੋ ਜੀ, ਜੰਗਲ ਬਹੁਤ ਵੱਡਾ ਹੈ, ਬਹੁਤ ਵੱਡਾ ਜੰਗਲ, ਇਸ ਕਰਕੇ ਰੈਗੂਲਰ ਇੱਕ ਜਗ੍ਹਾ 'ਤੇ ਨਹੀਂ ਆਇਆ ਜਾ ਸਕਦਾ। ਵੈਸੇ ਵੀ ਸਾਡੀ ਗਸ਼ਤ ਮੋਸਟਲੀ ਚੱਲਦੀ ਰਹਿੰਦੀ ਹੈ, ਜਿਹੜੇ ਚੱਲਦੇ ਰਸਤੇ 'ਚ। ਇੱਥੇ ਤਾਂ ਜਦੋਂ ਕੰਮ ਦੀ ਲੋੜ ਹੁੰਦੀ ਉਦੋਂ ਹੀ ਪਹੁੰਚੇ ਜਾਂਦੇ। ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੂਰੇ ਮੰਤਰੀ ਮੰਡਲ ਨੂੰ ਅਲੱਗ-ਅਲੱਗ ਅਦਾਰੇ ਦੇ ਦਿੱਤੇ ਗਏ ਹਨ, ਜਿਸ ਦੇ ਚਲਦਿਆਂ ਸਰਦਾਰ ਰਾਣਾ ਗੁਰਜੀਤ ਸਿੰਘ ਨੂੰ ਵੀ ਕੈਬਨਿਟ ਮੰਤਰੀ ਸ਼ਾਮਿਲ ਕਰ ਉਹਨਾਂ ਨੂੰ ਟੈਕਨੀਕਲ ਐਜੂਕੇਸ਼ਨ ਅਤੇ ਟ੍ਰੇਨਿੰਗ, ਹਾਰਟੀਕਲਚਰ ਅਤੇ ਸੋਇਲ ਵਾਟਰ ਕੰਸਟਰਕਸ਼ਨ ਅਦਾਰੇ ਦਿੱਤੇ ਗਏ ਹਨ, ਜਿਸ ਦੇ ਚਲਦੇ ਕਾਂਗਰਸੀਆਂ ਵਿੱਚ ਰਾਣਾ ਗੁਰਜੀਤ ਸਿੰਘ ਦੇ ਕੈਬਨਿਟ ਮੰਤਰੀ ਬਣਨ ਤੇ ਕਾਫੀ ਖੁਸ਼ੀ ਦੇਖਣ ਨੂੰ ਮਿਲੀ ਹੈ। ਜਲੰਧਰ ਵੈਸਟ ਦੀ ਕੌਂਸਲਰ ਤੋਂ ਵਿਧਾਇਕ ਸੁਸ਼ੀਲ ਰਿੰਕੂ ਦੀ ਪਤਨੀ ਸੁਨੀਤਾ ਰਿੰਕੂ ਵੱਲੋਂ ਇਸ ਖੁਸ਼ੀ ਵਿੱਚ ਜਲੰਧਰ ਵੈਸਟ ਵਿੱਚ ਲੱਡੂ ਵੰਡ ਕੇ ਖੁਸ਼ੀ ਜ਼ਾਹਿਰ ਕੀਤੀ ਗਈ। ਇਸ ਮੌਕੇ ਇੱਥੇ ਕਾਂਗਰਸੀ ਵਰਕਰ ਅਤੇ ਕਾਂਗਰਸੀ ਕੌਂਸਲਰ ਲਖਬੀਰ ਸਿੰਘ ਬਾਜਵਾ, ਬਚਨ ਲਾਲ ਕੌਂਸਲਰ, ਤਰਸੇਮ ਲੋਕਤਰਾ ਕੌਂਸਲਰ, ਮਿੰਟੂ ਗੁੱਜਰ ਕੌਂਸਲਰ, ਆਕਾਸ਼ ਭਗਤ, ਵਰਿੰਦਰ ਕਾਲੀ, ਸ਼ੇਰ ਸਿੰਘ ਸ਼ੇਰੂ, ਸੁਰੇਸ਼ ਯੁਵਾ ਨੇਤਾ ਤਰਸੇਮ ਥਾਪਾ, ਜੋਗਿੰਦਰ ਬੱਬੀ, ਰਾਹੁਲ ਬਾਜਵਾ, ਵਿਜੇ ਸੈਕਟਰੀ ਅਭੀ ਲੋਚ, ਸੁਭਾਸ਼ ਭੋਲਾ ਵੀ ਮੌਜੂਦ ਸਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤਰਸੇਮ ਥਾਪਾ। ਮੈਂ ਅੱਜ ਕਾਂਗਰਸ ਹਾਈ ਕਮਾਨ ਤੇ ਸਾਡੇ ਨਵ ਨਿਯੁਕਤ ਮੁੱਖ ਮੰਤਰੀ ਸਰਦਾਰ ਚਰਨਜੀਤ ਚੰਨੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਅੱਜ ਦੁਆਬੇ ਦੇ ਸ਼ੇਰ ਰਾਣਾ ਗੁਰਜੀਤ ਸਿੰਘ ਜੀ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ। ਅੱਜ ਉਸ ਦੀ ਖੁਸ਼ੀ ਵਿੱਚ ਵਿਧਾਇਕ ਸੁਸ਼ੀਲ ਰਿੰਕੂ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਲੰਧਰ ਵੈਸਟ ਦੇ ਸਾਰੇ ਕੌਂਸਲਰ ਸਾਥੀਆਂ ਵੱਲੋਂ ਜਲੰਧਰ ਵੈਸਟ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਮੈਂ ਸਮੂਹ ਕਾਰਜਕਰਤਾ ਦਾ ਵੱਲੋਂ CM ਸਾਹਿਬ ਦਾ ਤੇ ਹਾਈ ਕਮਾਨ ਸਾਹਿਬ ਦਾ ਧੰਨਵਾਦ ਕਰਦਾ ਹਾਂ। ਜੈ। ਸਭ ਤੋਂ ਪਹਿਲਾਂ ਤਾਂ ਸਾਰੇ ਪੰਜਾਬ ਨਿਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਵਾਰਡ ਨੰਬਰ 42 ਤੋਂ ਸੁਨੀਤਾ ਰਿੰਕੂ ਕੌਂਸਲਰ, ਕਾਂਗਰਸ ਹਾਈ ਕਮਾਨ ਦਾ ਔਰ ਪੰਜਾਬ ਦੇ ਨਵੇਂ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਕਿ ਸਾਡੇ ਬਹੁਤ ਹਰਮਨ ਪਿਆਰੇ ਨੇਤਾ ਸਰਦਾਰ ਰਾਣਾ ਗੁਰਜੀਤ ਸਿੰਘ ਜੀ ਨੂੰ ਕੈਬਨਿਟ ਮੰਤਰੀ ਬਣਾਇਆ। ਔਰ ਉਹਨਾਂ ਦੇ ਮੰਤਰੀ ਬਣਾਉਣ ਦੀ ਖੁਸ਼ੀ ਵਿੱਚ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਜੀ ਦੀ ਅਗਵਾਈ ਹੇਠਾਂ ਪੂਰੇ ਵੈਸਟ ਵਿੱਚ ਲੋਕਾਂ ਦੇ ਮੂੰਹ ਮਿੱਠਾ ਕਰਾਇਆ ਗਿਆ। ਔਰ ਜਿੰਨੇ ਵੀ ਵੈਸਟ ਦੇ ਕੌਂਸਲਰ ਨੇ ਸਾਰੇ ਇਕੱਠੇ ਹੋਏ ਔਰ ਸਾਰਿਆਂ ਨੇ ਰਾਣਾ ਗੁਰਜੀਤ ਸਿੰਘ ਜੀ ਨੂੰ ਬਹੁਤ ਮੁਬਾਰਕਬਾਦ ਦਿੱਤੀ। ਸੋ ਮੈਂ ਇੱਕ ਵਾਰੀ ਫੇਰ ਮੁੱਖ ਮੰਤਰੀ ਸਾਹਿਬ ਜੀ ਦਾ ਔਰ ਕਾਂਗਰਸ ਹਾਈ ਕਮਾਨ ਦਾ ਬਹੁਤ ਧੰਨਵਾਦ ਕਰਦਾ। ਆਕਾਸ਼ ਮਿਜ਼ਾਈਲ ਦੇ ਇੱਕ ਨਵੇਂ ਮਾਡਲ ਆਕਾਸ਼ ਪ੍ਰਾਈਮ ਦਾ ਅੱਜ ਉੜੀਸਾ ਦੇ ਤੱਟ ਚਾਂਦੀਪੁਰ ਦੇ ਸਿੰਗਲ ਪ੍ਰੀਖਣ ਰੇਂਜ ਤੋਂ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ। ਮਿਜ਼ਾਈਲ ਨੇ ਸੁਧਾਰ ਤੋਂ ਬਾਅਦ ਆਪਣੇ ਪਹਿਲੇ ਉਡਾਨ ਪ੍ਰੀਖਣ 'ਚ ਦੁਸ਼ਮਣ ਦੇ ਜਹਾਜ਼ਾਂ ਦੀ ਨਕਲ ਕਰਦੇ ਹੋਏ ਇੱਕ ਮਾਨਵ ਰਹਿਮਤ ਹਵਾਈ ਟੀਚੇ ਨੂੰ ਰੋਕਿਆ ਅਤੇ ਉਸ ਨੂੰ ਨਸ਼ਟ ਕਰ ਦਿੱਤਾ। ਇਹ ਜਾਣਕਾਰੀ DRDO ਨੇ ਦਿੱਤੀ। ਇਸ ਮਿਜ਼ਾਈਲ ਦਾ ਭਾਰਤੀ ਹਵਾਈ ਫੌਜ ਵੱਲੋਂ ਦੁਸ਼ਮਣ ਦੇ ਹਵਾਈ ਹਮਲੇ ਨਾਲ ਨਜਿੱਠਣ 'ਚ ਪ੍ਰਯੋਗ ਕੀਤਾ ਜਾਵੇਗਾ। ਇਸ ਮਿਜ਼ਾਈਲ ਨੂੰ DRDO ਨੇ ਤਿਆਰ ਕੀਤਾ ਹੈ। ਇਹ ਮਿਜ਼ਾਈਲ ਦੀ ਲੰਬਾਈ 560 ਸੈਂਟੀਮੀਟਰ ਅਤੇ ਚੌੜਾਈ 35 ਸੈਂਟੀਮੀਟਰ ਹੈ। ਇਹ ਮਿਜ਼ਾਈਲ 60 ਕਿਲੋਗ੍ਰਾਮ ਭਾਰ ਤੱਕ ਧਮਾਕਾ ਖੇਜ ਸਮੱਗਰੀ ਢੋਣ ਦੀ ਤਾਕਤ ਰੱਖਦੀ ਹੈ। ਆਕਾਸ਼ ਮਿਜ਼ਾਈਲ ਪੂਰੀ ਤਰ੍ਹਾਂ ਗਤੀਸ਼ੀਲ ਹੈ ਅਤੇ ਵਾਹਨਾਂ ਦੇ ਚੱਲਦੇ ਕਾਫਲੇ ਦੀ ਰੱਖਿਆ ਕਰਨ 'ਚ ਸਮਰੱਥ ਹੈ। ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਪੰਜਾਬ ਦੌਰੇ ਤੇ ਆ ਰਹੇ ਹਨ। ਅਰਵਿੰਦ ਕੇਜਰੀਵਾਲ 29 ਸਤੰਬਰ ਨੂੰ ਪੰਜਾਬ ਤੇ ਲੁਧਿਆਣਾ ਜ਼ਿਲ੍ਹੇ ਦੇ 2 ਦਿਨਾਂ ਦੌਰੇ ਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰੇ ਦੌਰਾਨ ਕੇਜਰੀਵਾਲ ਵੱਲੋਂ ਦੂਜੀ ਗਰੰਟੀ ਦਾ ਐਲਾਨ ਕੀਤਾ ਜਾਵੇਗਾ। ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ।
ਭਗਵੰਤ ਮਾਨ ਨੇ ਟਵੀਟ ਕਰਦਿਆਂ ਦੱਸਿਆ ਹੈ ਕਿ ਕੇਜਰੀਵਾਲ 29 ਸਤੰਬਰ ਨੂੰ 2 ਦਿਨਾਂ ਦੌਰੇ ਲਈ ਲੁਧਿਆਣਾ ਆ ਰਹੇ ਹਨ। ਦੌਰੇ ਦੇ ਪਹਿਲੇ ਦਿਨ 29 ਸਤੰਬਰ ਨੂੰ ਕੇਜਰੀਵਾਲ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਖੁੱਲ੍ਹ ਕੇ ਵਿਚਾਰ ਵਟਾਂਦਰਾ ਕਰਨਗੇ। ਇਸ ਤੋਂ ਅੱਗੇ ਉਹਨਾਂ ਨੇ ਦੱਸਿਆ ਹੈ ਕਿ 30 ਸਤੰਬਰ ਨੂੰ ਯਾਨੀ ਕਿ ਦੌਰੇ ਦੇ ਦੂਜੇ ਦਿਨ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਵਿਕਾਸ ਸੰਬੰਧੀ ਦੂਜੀ ਗਰੰਟੀ ਦਾ ਐਲਾਨ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ 26 ਸਤੰਬਰ ਨੂੰ ਕੇਜਰੀਵਾਲ ਨੇ ਪੰਜਾਬ ਦੌਰੇ ਤੇ ਆਉਣਾ ਸੀ, ਪਰ ਸਿਆਸੀ ਮਾਹੌਲ ਕਾਰਨ ਉਹਨਾਂ ਵੱਲੋਂ ਇਸ ਦੌਰੇ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਪੰਜਾਬ ਦੌਰੇ ਦੌਰਾਨ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ। ਮਾਲਵਿੰਦਰ ਸਿੰਘ ਕੰਗ ਜੀ, ਹਰਚੰਦ ਸਿੰਘ ਬਰਸੜ ਜੀ, ਆਮ ਆਦਮੀ ਪਾਰਟੀ ਦੇ ਜਨਰਲ ਸੈਕਟਰੀ, ਸਰਦਾਰ ਅਮਰਜੀਤ ਸਿੰਘ ਦੋਆ ਜੀ, MLA ਰੋਪੜ, ਸਰਦਾਰ ਕਲਤਾਰ ਸਿੰਘ ਸੰਧਮਾ ਜੀ, MLA ਸਾਹਿਬਾਨ, ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਜੀ, ਹਲਕਾ ਇੰਚਾਰਜ ਪਾਇਲ ਤੋਂ ਅੱਜ ਇੱਕ ਬੜੇ ਇੰਪੋਰਟੈਂਟ ਇਸ਼ੂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਨ ਲੱਗੇ ਆਂਗੇ। 4.5 ਸਾਲ ਜਿਹੜੀ ਪੁਰਾਣੀ ਸਰਕਾਰ ਸੀ ਕਾਂਗਰਸ ਪਾਰਟੀ ਦੀ, ਜਿਹਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਸੀਗੇ, 4.5 ਸਾਲ ਉਹਨਾਂ ਨੇ ਪੰਜਾਬ ਵਿੱਚ ਪੰਜਾਬ ਦਾ ਐਡਵੋਕੇਟ ਜਨਰਲ ਅਤਲ ਨੰਦਾ ਜੀ ਨੂੰ ਲਾ ਕੇ ਰੱਖਿਆ ਔਰ ਜਿੰਨੇ ਵੀ ਕੇਸ ਸੀਗੇ, ਜਿਹੜਾ ਐਡਵੋਕੇਟ ਜਨਰਲ ਹੁੰਦਾਗਾ ਉਹਨੇ ਸਾਰੇ ਕੇਸ ਪੰਜਾਬ ਸਰਕਾਰ ਦੀ ਤਰਫੋਂ, ਚਾਹੇ ਕੋਈ ਵੀ ਸਰਕਾਰ ਦੇ ਅਗੇਂਸਟ ਅਫੈਂਸ ਕਰਦਾਗਾ ਜਾਂ ਸਰਕਾਰ ਦੇ ਅਗੇਂਸਟ ਕੋਈ ਵੀ ਕੰਮ ਕਰਦਾਗਾ, ਉਸ ਵਿਅਕਤੀ ਦੇ ਖਿਲਾਫ ਸਰਕਾਰ ਦੇ ਹੱਕ ਦੇ ਵਿੱਚ ਕੇਸ ਲੜਦੇ ਹੁੰਦੇ ਨੇਗੇ। ਔਰ ਅਤੁਲ ਨੰਦਾ ਜੀ ਜਿਹੜੇ ਕਿ 4.5 ਸਾਲ ਪੰਜਾਬ ਦੇ ਐਡਵੋਕੇਟ ਜਨਰਲ ਰਹੇ, 4.5 ਸਾਲਾਂ ਦੇ ਵਿੱਚ ਉਹਨਾਂ ਨੇ ਇੱਕ ਵੀ ਕੇਸ, ਸਿੰਗਲ ਵੀ ਕੇਸ ਪੰਜਾਬ ਸਰਕਾਰ ਦੇ ਹੱਕ ਵਿੱਚ ਜਿਹੜਾ ਹੈਗਾ ਨਹੀਂ ਕਰਵਾਇਆ। ਸਾਰੇ ਦੇ ਸਾਰੇ, ਮੇਰਾ ਕਹਿਣ ਦਾ ਭਾਵ ਸਾਰੇ ਦੇ ਸਾਰੇ ਕੇਸ ਜਿਹੜੇ ਹੈਗੇ ਨੇ ਕਿ ਅਤੁਲ ਨੰਦਾ ਜੀ ਪੰਜਾਬ ਸਰਕਾਰ ਦੀ ਤਰਫੋਂ ਲਗਾਤਾਰ ਲੂਜ਼ ਕਰਦੇ ਰਹੇ, ਲਗਾਤਾਰ ਹਾਰਦੇ ਰਹੇ। ਇਹ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਗਾ। ਆਮ ਆਦਮੀ ਪਾਰਟੀ ਸਮੇਂ-ਸਮੇਂ ਸਿਰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ, ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਇਹ ਮੰਗ ਕਰਦੀ ਰਹੀ ਕਿ ਅਤੁਲ ਨੰਦਾ ਨੂੰ ਤੁਰੰਤ ਹਟਾਇਆ ਜਾਵੇ, ਪਰ ਲੇਕਿਨ ਪੰਜਾਬ ਦੇ ਬੱਚੇ ਨੂੰ ਪਤਾ ਸੀਗਾ ਕਿ ਅਤੁਲ ਨੰਦਾ ਜੀ ਕੈਪਟਨ ਸਾਹਿਬ ਦੇ, ਅਤੁਲ ਨੰਦਾ ਜੀ ਕਾਂਗਰਸ ਪਾਰਟੀ ਦੇ, ਸੋਨੀਆ ਗਾਂਧੀ ਦੇ, ਕੈਪਟਨ ਸਾਹਿਬ ਦੇ ਖਾਸ ਬੰਦੇ ਸੀਗੇ। ਔਰ ਇੱਕ ਹੋਏ ਸਮਝੌਤੇ ਦੇ ਅਧੀਨ ਜਿਹੜਾ ਕਾਂਗਰਸ ਪਾਰਟੀ ਦਾ, ਕੈਪਟਨ ਸਾਹਿਬ ਦਾ ਸਮਝੌਤਾ ਹੋਇਆ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ, BJP ਦੇ ਨਾਲ, ਬਾਦਲ ਪਰਿਵਾਰ ਦੇ ਨਾਲ, ਕਿ ਜਦੋਂ ਅਸੀਂ ਸੱਤਾ ਚਾਹਾਂਗੇ ਤੁਸੀਂ ਸਾਨੂੰ ਕੁਝ ਨਾ ਕਹੋ, ਜਦੋਂ ਤੁਸੀਂ ਸੱਤਾ ਚਾਹੋਗੇ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ। ਉਸ ਹੋਏ ਗੱਠਜੋੜ ਦੇ ਤਹਿਤ ਅਤੁਲ ਨੰਦਾ ਜੀ, ਚਾਹੇ ਬਹਿਬਲ ਕਲਾ ਕੇਸ ਦੀ ਗੱਲ ਕਰ ਲਈਏ, ਚਾਹੇ ਕੋਟਕਪੂਰ ਵਾਲੇ ਕੇਸ ਦੀ ਗੱਲ ਕਰ ਲਈਏ, ਚਾਹੇ ਸੁਮੇਧ ਸਿੰਘ ਸੈਣੀ ਵਾਲੇ ਕੇਸ ਦੀ ਗੱਲ ਕਰ ਲਈਏ, ਜਾਂ ਕੋਲ ਬਾਸ਼ਿੰਗ ਵਾਲੇ ਕੇਸ ਦੀ ਗੱਲ ਕਰ ਲਈਏ, ਜਾਂ ਹੋਰ तमाम ਕੇਸ, ਜਿੰਨੇ ਵੀ ਕੇਸ ਪੰਜਾਬ ਸਰਕਾਰ ਦੀ ਤਰਫੋਂ ਅਤੁਲ ਨੰਦਾ ਜੀ ਨੇ ਲੜੇ, ਸਾਰੇ ਦੇ ਸਾਰੇ ਕੇਸ ਉਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ, ਉਹ ਇੱਕ ਜਿਹੜੀ ਉਹਨਾਂ ਦਾ ਗੱਠਜੋੜ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਕੈਪਟਨ ਸਾਹਿਬ ਦਾ, ਕਾਂਗਰਸ ਪਾਰਟੀ ਦਾ, ਉਸ ਗੱਠਜੋੜ ਦੇ ਅਧੀਨ ਸਾਰੇ ਦੇ ਸਾਰੇ ਕੇਸ ਲੂਜ਼ ਕਰਦੇ ਰਹੇ, ਹਾਰਦੇ ਰਹੇ। ਔਰ ਉਹ 4.5 ਸਾਲ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਆਸ ਬੱਝੀ ਕਿ ਇੱਕ ਬੇਹੱਦ ਨਿਕੰਮਾ CM ਕੁਰਸੀ ਤੋਂ ਲਾਂਭੇ ਹੋਇਆਗਾ, ਇੱਕ ਨਵਾਂ CM ਸਰਦਾਰ ਚਰਨਜੀਤ ਸਿੰਘ ਚੰਨੀ ਪੰਜਾਬ ਦਾ ਮੁੱਖ ਮੰਤਰੀ ਬਣਿਆਗਾ। ਉਹਨਾਂ ਤੋਂ ਕੋਈ ਆਸ ਪੰਜਾਬ ਦੇ ਲੋਕਾਂ ਨੂੰ ਬੱਝੀ ਸੀਗੀ ਕਿ ਚਲੋ ਪੌਣੇ 5 ਸਾਲ, 4.5 ਸਾਲ ਪੰਜਾਬ ਦੇ ਲੋਕਾਂ ਦਾ ਕੋਈ ਕੰਮ ਨਹੀਂ ਹੋਇਆ, ਤਾਂ ਜਿਹੜੇ 30 ਜਾਂ 25 ਦਿਨ ਜਿੰਨੇ ਵੀ ਬਾਕੀ ਬਚੇ ਨੇਗੇ ਜਾਂ 2 ਮਹੀਨੇ ਬਾਕੀ ਬਚੇ ਨੇਗੇ, ਸਰਕਾਰ ਇਸ ਸਮੇਂ ਦੌਰਾਨ ਹੀ ਕੋਈ ਨਾ ਕੋਈ ਕੰਮ ਪੰਜਾਬ ਦੇ ਹਿੱਤ ਦੇ ਵਿੱਚ, ਪੰਜਾਬੀਆਂ ਦੇ ਹਿੱਤ ਦੇ ਵਿੱਚ, ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਕਰੂਗੀ। ਜਿਹੜੇ ਮੁੱਦੇ ਸੀਗੇ, ਜਿਹੜੇ 2017 ਤੋਂ ਪਹਿਲਾਂ ਮੁੱਦੇ ਹੋਂਦ ਵਿੱਚ ਆਏ ਸੀਗੇ, ਜਿਨ੍ਹਾਂ ਮੁੱਦਿਆਂ ਦੇ ਉੱਤੇ ਕਾਂਗਰਸ ਪਾਰਟੀ ਨੇ ਇਲੈਕਸ਼ਨ ਲੜੀ ਸੀਗੀ ਕਿ ਬਹਿਬਲ ਕਲਾਂ ਦੇ ਦੋਸ਼ੀਆਂ ਨੂੰ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂ ਜਿਨ੍ਹਾਂ ਨੇ 2 ਸਾਡੇ ਨੌਜਵਾਨ ਸ਼ਹੀਦ ਕੀਤੇ, ਅਸੀਂ ਉਹਨਾਂ ਨੂੰ ਜੇਲ੍ਹਾਂ 'ਚ ਡੱਕਾਂਗੇ। ਇਸ ਗੱਲ ਦੀ ਜਿਹੜੀ ਪੰਜਾਬ ਦੇ ਲੋਕਾਂ ਦੀ ਮਾੜੀ ਮੋਟੀ ਆਸ ਚਰਨਜੀਤ ਸਿੰਘ ਚੰਨੀ ਤੋਂ ਬੱਝੀ ਸੀਗੀ, ਕਿਉਂਕਿ 4.5 ਸਾਲ ਦੇ ਦੌਰਾਨ ਕੈਪਟਨ ਸਾਹਿਬ ਨੇ ਕਿਸੇ ਵੀ ਦੋਸ਼ੀ ਨੂੰ ਕੋਈ ਵੀ ਸਜ਼ਾ ਨਹੀਂ ਦਿੱਤੀ ਹੈਗੀ, ਬਲਕਿ ਉਹਨਾਂ ਦਾ ਅਮਲਾ ਫੈਲਾ, ਉਹਨਾਂ ਦੀ ਮਸ਼ੀਨਰੀ ਲਗਾਤਾਰ ਬਚਾਉਂਦੀ ਰਹੀ, ਲਗਾਤਾਰ ਡਿਫੈਂਸ ਜਿਹੜਾ ਹੈਗਾ ਉਹਨਾਂ ਦਾ, ਉਹਨਾਂ ਦੋਸ਼ੀਆਂ ਦਾ ਕਰਦੀ ਰਹੀ। ਔਰ 4.5 ਸਾਲਾਂ ਬਾਅਦ ਅੱਜ ਚਰਨਜੀਤ ਸਿੰਘ ਚੰਨੀ ਦਾ ਅਸਲੀ ਚਿਹਰਾ ਚੰਦ ਦਿਨਾਂ ਦੇ ਵਿੱਚ ਹੀ, ਥੋੜੇ ਦਿਨਾਂ ਦੇ ਵਿੱਚ ਹੀ ਸਰਕਾਰ ਬਣਨ ਦੇ, ਮੈਂ ਸਮਝਦਾ 1 ਹਫ਼ਤੇ ਬਾਅਦ ਹੀ ਚਰਨਜੀਤ ਸਿੰਘ ਚੰਨੀ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਪੇਸ਼ ਹੋ ਗਿਆ। ਉਹ ਕੀ ਆ ਕਿ ਜਿਹੜੇ ਨਵੇਂ ਐਡਵੋਕੇਟ ਜਨਰਲ ਨੇ, ਨਵੇਂ ਐਡਵੋਕੇਟ ਜਨਰਲ APS ਦਿਓਲ ਸਾਹਿਬ, ਜਿਨ੍ਹਾਂ ਦੀ ਕੱਲ੍ਹ ਨਿਯੁਕਤੀ ਹੋਈ ਹੈਗੀ, ਉਹਨਾਂ ਬਾਰੇ ਪੰਜਾਬ ਦੇ ਬੱਚੇ ਨੂੰ ਪਤਾਗਾ ਕਿ ਕਿਸ ਤਰ੍ਹਾਂ ਉਹ
ਸਮੇਧ ਸੈਣੀ ਜੀ ਦੇ ਕੇਸਾਂ ਨੂੰ ਡਿਫੈਂਡ ਕਰਦੇ ਸੀਗੇ, ਕਿਸ ਤਰ੍ਹਾਂ ਉਹ ਬਾਈਬਲ ਕਲਾਂ ਕੋਟਕਪੂਰਾ ਦੇ ਕੇਸਾਂ ਨੂੰ ਡਿਫੈਂਡ ਕਰਦੇ ਸੀਗੇ, ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਅਕਾਲੀ ਦਲ ਦੇ ਖਾਸ ਕਰਕੇ ਜਿੰਨੇ ਵੀ ਅਕਾਲੀ ਦਲ ਦੇ ਲੋਕ ਪੰਜਾਬ ਵਿੱਚ ਕੋਈ ਵੀ ਜ਼ੁਰਮ ਕਰਦੇ ਸੀ ਉਹਨੂੰ ਡਿਫੈਂਡ ਕਰਦੇ ਸੀਗੇ। ਯਾਨੀ ਕਿ ਉਸ ਵਿਅਕਤੀ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਲਾਤਾ ਜਿਹੜਾ ਲਗਾਤਾਰ ਇਹਨਾਂ ਕੇਸਾਂ ਦੀ ਪੈਰਵੀ ਕਰਦਾ ਸੀ। ਕਿਹਦੇ ਹੱਕ ਵਿੱਚ ਕਰਦਾ ਸੀ? ਡਿਫੈਂਸ ਦੇ ਵਿੱਚ। ਯਾਨੀ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਦਾ ਨਾਮ ਜਸਟਿਸ ਰਣਜੀਤ ਸਿੰਘ ਦੀ ਇਨਕੁਆਇਰੀ ਰਿਪੋਰਟ ਦੇ ਵਿੱਚ ਬੋਲ ਲੱਗਾ, ਜਿਨ੍ਹਾਂ ਦਾ ਨਾਮ ਜਸਟਿਸ ਜੋਰਾ ਸਿੰਘ ਦੀ ਜਿਹੜੀ ਜਾਂਚ ਕਮੇਟੀ ਬਣੀ ਸੀ ਉਹਦੇ ਵਿੱਚ ਬੋਲ ਲੱਗਾ, ਜਿਨ੍ਹਾਂ ਲੋਕਾਂ ਦਾ ਨਾਮ ਉਹਨਾਂ ਜਾਂਚ ਕਮੇਟੀਆਂ ਦੇ ਵਿੱਚ ਉਹਨਾਂ ਜਾਂਚ ਕਮਿਸ਼ਨਾਂ ਦੇ ਵਿੱਚ ਬੋਲ ਲੱਗਾ, ਉਹਨਾਂ ਦੀ ਪੈਰਵੀ ਕੌਣ ਕਰ ਰਿਹਾ ਸੀਗਾ? APS ਦਿਓਲ ਸਾਹਿਬ ਕਰ ਰਹੇ ਸੀਗੇ। ਪੰਜਾਬ ਦੇ ਸੀਨੀਅਰ ਐਡਵੋਕੇਟ ਦੇ ਲਗਾਤਾਰ ਕਦੇ ਸੈਣੀ ਸਾਹਿਬ ਨੂੰ ਬਚਾ ਰਹੇ ਸੀਗੇ ਜਾਂ ਪੁਲਿਸ ਦੇ ਹੋਰ ਜਿਹੜੇ ਵਿਅਕਤੀ, ਚਾਹੇ ਉਹ SHO ਸੀਗਾ, ਚਾਹੇ ਉਹ ਡਿਪਟੀ ਸੀਗਾ ਜਾਂ SP ਸੀਗਾ, ਸਾਰੇ ਵਿਅਕਤੀਆਂ ਨੂੰ ਦਾ ਵਕੀਲ ਕੌਣ ਸੀਗਾ? APS ਦਿਓਲ ਸੀਗਾ। ਸੋ ਮੇਰਾ ਕਹਿਣ ਦਾ ਭਾਵ ਆ ਉਸ ਵਿਅਕਤੀ ਦੀ ਨਿਯੁਕਤੀ ਕਰਕੇ ਉਸ ਵਿਅਕਤੀ ਨੂੰ ਐਡਵੋਕੇਟ ਜਨਰਲ ਲਾ ਕੇ ਚੰਨੀ ਸਾਹਿਬ ਨੇ ਸੁਨੇਹਾ ਦਿੱਤਾਗਾ ਕਿ ਮੈਂ ਵੀ ਉਸੇ ਤਰ੍ਹਾਂ ਸਰਕਾਰ ਚਲਾਊਂਗਾ ਜਿਸ ਤਰ੍ਹਾਂ ਦਾ ਗੱਠਜੋੜ ਪਹਿਲਾਂ ਕੈਪਟਨ ਬਾਦਲਾਂ ਤੇ ਸੈਣੀ ਦਾ ਸੀਗਾ, ਉਸੇ ਪ੍ਰਕਾਰ ਦਾ ਗੱਠਜੋੜ ਅੱਜ ਚੰਨੀ ਸਾਹਿਬ ਦਾ ਔਰ ਬਾਦਲਾਂ ਦਾ ਔਰ APS ਦਿਓਲ ਦਾ ਬਣ ਗਿਆ। ਸੋ ਮੇਰਾ ਕਹਿਣ ਦਾ ਭਾਵ ਆ ਇਹ ਗੱਠਜੋੜ ਜਿਹੜਾ ਪੁਰਾਣੀ ਸਰਕਾਰ ਦੇ ਵਿੱਚ ਹੋਂਦ ਵਿੱਚ ਆਇਆ ਸੀ ਉਹ ਗੱਠਜੋੜ ਅੱਜ ਵੀ ਉਸੇ ਤਰ੍ਹਾਂ ਕੰਮ ਕਰ ਰਿਹਾ। ਅੱਜ ਵੀ ਪੰਜਾਬ ਦੇ ਲੋਕਾਂ ਨੂੰ ਚੰਨੀ ਸਾਹਿਬ ਤੋਂ ਕੋਈ ਆਸ ਨਜ਼ਰ ਨਹੀਂ ਆ ਰਹੀ, ਕਿਉਂਕਿ ਉਹੀ ਜਿਹੜਾ ਵਕੀਲ ਉਹਨਾਂ ਦਾ ਡਿਫੈਂਸ ਕਰਦਾ ਸੀਗਾ, ਅੱਜ ਉਹੀ ਵਕੀਲ ਜਿਹੜਾ ਹੈਗਾ ਪੰਜਾਬ ਦਾ ਐਡਵੋਕੇਟ ਜਨਰਲ ਆ। ਮੈਂ ਤੁਹਾਨੂੰ ਦਿਖਾਵਾਂਗਾ, ਆਹ ਦੇਖੋ ਮੇਰੇ ਹੱਥ ਦੇ ਵਿੱਚ ਕੀ ਆ, ਸਮੇਧ ਸਿੰਘ ਸੈਣੀ ਜੀ ਦਾ ਕੇਸ। ਇਹਦੇ ਵਿੱਚ ਬੜਾ ਲਿਖਿਆ, ਮੁਕੱਦਮਾ ਨੰਬਰ ਬਾਰੇ ਸਪਸ਼ਟ ਲਿਖਿਆ ਹੈਗਾ। ਇਸ ਕੇਸ ਦੇ ਵਿੱਚ ਬਾਈਬਲ ਕਲਾਂ ਬਰਗਾੜੀ ਦੇ ਕੇਸ 2022 ਤੱਕ ਜਿਨ੍ਹਾਂ ਵਿੱਚ ਸਮੇਧ ਸੈਣੀ ਦੀ ਗ੍ਰਿਫਤਾਰੀ ਨਹੀਂ ਹੋਈ, ਇਹਨਾਂ ਸਾਰੇ ਕੇਸਾਂ ਨੂੰ ਕੌਣ ਲੜਦਾ ਰਿਹਾ? APS ਦਿਓਲ ਸਾਹਿਬ ਲੜਦੇ ਰਹੇ। ਇਸੇ ਪ੍ਰਕਾਰ ਆ ਇੱਕ ਹੋਰ ਕੇਸ ਹੈਗਾ। ਇਸ ਕੇਸ ਦੇ ਵਿੱਚ ਜਦੋਂ ਵਿਜੀਲੈਂਸ ਬਿਊਰੋ ਨੇ ਇੱਕ ਕੇਸ ਦਰਜ ਕੀਤਾ ਕਿ ਸਮੇਧ ਸਿੰਘ ਸੈਣੀ ਨੇ ਆਪਣੀ ਆਮਦਨ ਤੋਂ ਵੱਧ ਜਿਹੜਾ ਹੈਗਾ ਆਪਣੀ ਜ਼ਮੀਨ ਜਾਇਦਾਦ ਬਣਾਈ ਹੈਗੀ, ਉਸ ਕੇਸ ਦੀ ਪੈਰਵੀ ਵੀ ਜਿਹੜਾ APS ਦਿਓਲ ਕਰ ਰਿਹਾ ਹੈਗਾ। ਉਸ ਤੋਂ ਬਾਅਦ ਇੱਕ ਹੋਰ ਕੇਸ ਆ ਜਿਹੜੀ ਗੋਲੀकांड ਵਾਲਾ ਕੇਸ ਆ ਗੋਲੀकांड ਵਾਲੇ ਕੇਸ ਦੀ ਵੀ ਜਿਹੜੀ ਪੈਰਵੀ APS ਦਿਓਲ ਕਰ ਰਿਹਾ ਹੈਗਾ। ਸੋ ਜਿਹੜਾ ਵਕੀਲ, ਅਸੀਂ ਇਸ ਗੱਲ 'ਚ ਨਹੀਂ ਹੈ ਕਿ ਡਿਫੈਂਸ ਕਾਉਂਸਲ ਕੋਈ ਵੀ ਹੋ ਸਕਦਾਗਾ, ਕੋਈ ਵੀ ਕਿਸੇ ਦੇ ਹੱਕ 'ਚ ਡਿਫੈਂਸ ਕਰ ਸਕਦਾ, ਕੋਈ ਵੀ ਵਕੀਲ ਹੋ ਸਕਦਾਗਾ, ਪਰ ਲੇਕਿਨ ਜਿਹੜਾ ਡਿਫੈਂਸ ਕਾਉਂਸਲ, ਜਿਹੜਾ ਪੁਰਾਣਾ ਵਕੀਲ ਜਿਹਨੇ ਕਿਸੇ ਕੇਸਾਂ ਦਾ ਪਹਿਲਾਂ ਡਿਫੈਂਸ ਕੀਤਾ ਹੋਵੇ, ਉਹ ਤੁਹਾਡੇ ਮੁਕੱਦਮਿਆਂ ਨੂੰ ਜਿਹੜਾ ਹੈਗਾ ਜਿਹੜੇ ਸਰਕਾਰ ਵੱਲੋਂ ਲੜੇ ਜਾਣਗੇ ਉਹਨਾਂ ਦੀ ਪੈਰਵੀ ਜਿਹੜੀ ਆ ਉਹ ਅਦਾਲਤ ਦੇ ਵਿੱਚ ਕਿਵੇਂ ਕਰੂਗਾ? ਕਿਉਂਕਿ ਕੋਈ ਵੀ ਦੋਸ਼ੀ ਜਦੋਂ ਆਪਦਾ ਐਡਵੋਕੇਟ ਅੰਗੇਜ ਕਰਦਾਗਾ, ਕੋਈ ਵੀ ਜਿਹੜਾ ਕਲਪਰੇਟ ਆ ਜਦੋਂ ਆਪਣਾ ਵਕੀਲ ਅੰਗੇਜ ਕਰਦਾਗਾ, ਵਕੀਲ ਨੂੰ ਆਪਦਾ ਕੇਸ ਲੜਨ ਲਈ ਆਪਦਾ ਕੇਸ ਦਿੰਦਾਗਾ, ਉਦੋਂ ਸਾਰਾ ਡਿਫੈਂਸ ਟੋਟਲ ਵੀ ਮੇਰੀ ਕੀ ਜ਼ਿੰਮੇਵਾਰੀ ਸੀ, ਮੈਂ ਕੀ ਕੀਤਾ ਸੀ, ਮੇਰਾ ਕੀ ਰੋਲ ਸੀ, ਬਾਦਲ ਸਾਹਿਬ ਦਾ ਕੀ ਰੋਲ ਸੀਗਾ, ਕਿਉਂਕਿ ਉਸ ਸਮੇਂ ਬਾਦਲ ਸਾਹਿਬ ਡਿਪਟੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਸੀਗੇ, ਉਹ ਪੰਜਾਬ ਦੇ ਹੋਮ ਮਿਨਿਸਟਰ ਵੀ ਸੀਗੇ। ਉਸ ਸਮੇਂ ਉਹਨਾਂ ਦਾ ਸਿੱਧਾ ਸੰਬੰਧ ਉਸ ਸਮੇਂ ਦੇ DGP ਸਮੇਧ ਸੈਣੀ ਨਾਲ ਸੀਗਾ, ਕਿਉਂਕਿ ਬਾਈਬਲ ਕਲਾਂ ਦੇ ਵਿੱਚ ਕੋਟਕਪੂਰੇ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਜਾਂ ਧਰਨਾ ਲੱਗਣ ਤੋਂ ਬਾਅਦ 2 ਨੌਜਵਾਨ ਮਾਰੇ ਜਾਂਦੇ ਨੇਗੇ, ਸ਼ਹੀਦ ਹੋ ਜਾਂਦੇ ਨੇਗੇ, ਉਹ ਸਾਰੀ ਪ੍ਰਕਿਰਿਆ ਦਾ ਸਮੇਧ ਸੈਣੀ ਜੀ ਨੂੰ ਇੱਕ ਇੰਚ ਦਾ ਪਤਾ ਸੀਗਾ, ਇੱਕ ਜਿਹੜਾ ਚੱਪੇ ਤੇ ਪਤਾ ਸੀ ਕੀ ਹੋ ਰਿਹਾ ਹੈਗਾ। ਸੋ ਉਸ ਵਿਅਕਤੀ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਲਾਉਣਾਗਾ ਇਹ ਸਿੱਧ ਕਰਦਾਗਾ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਜਿਨ੍ਹਾਂ ਲੋਕਾਂ ਨੇ ਸਾਡੇ 2 ਨੌਜਵਾਨ ਮਾਰੇ ਨੇਗੇ, ਜਿਨ੍ਹਾਂ ਲੋਕਾਂ ਨੇ ਪੰਜਾਬ 'ਚ ਕਰਪਸ਼ਨ ਕੀਤੀ ਆ, ਉਹ ਲੋਕ ਕਦੇ ਵੀ ਜੇਲ੍ਹਾਂ 'ਚ ਨਹੀਂ ਜਾਣਗੇ। ਉਹਨਾਂ ਨੂੰ ਬਚਾਉਣ ਦੇ ਲਈ ਸਰਦਾਰ ਚਰਨਜੀਤ ਸਿੰਘ ਚੰਨੀ ਨੇ APS ਦਿਓਲ ਸਾਹਿਬ ਦੀ ਜਿਹੜੀ ਨਿਯੁਕਤੀ ਕੀਤੀ ਹੈਗੀ, ਉਹਨਾਂ ਨੂੰ ਜਿਹੜਾ ਐਡਵੋਕੇਟ ਜਨਰਲ ਆਇਆਗਾ, ਕਿਉਂਕਿ ਹੋਰ ਵੀ ਬਹੁਤ ਕਾਬਲ, ਹੋਰ ਵੀ ਬਹੁਤ ਜਿਹੜੇ ਉਹ ਐਡਵੋਕੇਟ ਜਿਹੜੇ ਪੰਜਾਬ ਦੀ ਹਾਈ ਕੋਰਟ ਦੇ ਵਿੱਚ ਆਪਣੀ ਵਕਾਲਤ ਕਰਦੇ ਨੇਗੇ, ਤਕੜੇ ਵਕੀਲ ਪੰਜਾਬ ਦੀ ਹਾਈ ਕੋਰਟ ਦੇ ਵਿੱਚ ਜਿਹੜੇ ਹੈਗੇ ਨੇ, ਅੱਜ ਵੀ ਹੈਗੇ ਨੇ, ਮੌਜੂਦ ਨੇਗੇ। ਸਰਕਾਰ ਨੇ ਉਹਨਾਂ ਨੂੰ ਨਾ ਲਾ ਕੇ ਸਿਰਫ ਤੇ ਸਿਰਫ APS ਦਿਓਲ ਸਾਹਿਬ ਦੀ ਨਿਯੁਕਤੀ ਕਰਨਾ ਇਸ ਗੱਲ ਦਾ ਸਬੂਤ ਆ ਕਿ ਚੰਨੀ ਸਾਹਿਬ ਵੀ ਉਸੇ ਲਾਈਨ ਤੇ ਚੱਲਦੇ ਨੇਗੇ, ਨਵੇਂ ਬਣੇ ਮੁੱਖ ਮੰਤਰੀ ਸਾਹਿਬ ਵੀ ਉਸੇ ਲਾਈਨ ਤੇ ਚੱਲਦੇ ਨੇਗੇ।
ਇਹਨਾਂ ਤੋਂ ਵੀ ਪੰਜਾਬ ਦੇ ਲੋਕਾਂ ਨੂੰ, ਇਹਨਾਂ ਤੋਂ ਵੀ ਗੁਰੂ ਨਾਨਕ ਨਾਮ ਲੈਵਾ ਲੋਕਾਂ ਨੂੰ, ਸਿੱਖ ਜਗਤ ਨੂੰ, ਪੰਜਾਬੀਆਂ ਨੂੰ ਕੋਈ ਆਸ ਨਹੀਂ ਹੈਗੀ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਹ ਜੇਲ੍ਹਾਂ ਜਾਣਗੇ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕਰਪਸ਼ਨ ਕੀਤੀ ਉਹ ਜੇਲ੍ਹਾਂ ਦੇ ਵਿੱਚ ਜਾਣਗੇ, ਜਿਨ੍ਹਾਂ ਨੇ ਪੰਜਾਬ ਵਿੱਚ ਰੇਤ ਮਾਫੀਆ ਹੋਰ ਮਾਫੀਆ ਚਲਾਏ ਨੇਗੇ, ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਉਹ ਜੇਲ੍ਹਾਂ ਦੇ ਵਿੱਚ ਜਾਣਗੇ। ਇਸ ਗੱਲ ਲਈ ਆਮ ਆਦਮੀ ਪਾਰਟੀ ਦੇ MLA ਸਾਹਿਬਾਨ ਵੱਲੋਂ, ਸਾਰੇ MLA ਸਾਹਿਬਾਨ ਵੱਲੋਂ, ਲੈਜਿਸਲੇਚਰ ਗਰੁੱਪ ਵੱਲੋਂ ਅੱਜ ਇੱਕ ਲੈਟਰ ਲਿਖ ਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੋਂ ਅਸੀਂ ਮੰਗ ਕਰਦੇ ਹਾਂ ਕਿ ਤੁਰੰਤ APS ਦਿਓਲ ਸਾਹਿਬ ਨੂੰ ਤੁਰੰਤ ਇਸ ਅਹੁਦੇ ਤੋਂ ਫਾਰਗ ਕੀਤਾ ਜਾਵੇ, ਤੁਰੰਤ ਹਟਾਇਆ ਜਾਵੇ। ਇਹਨਾਂ ਦੀ ਜਗ੍ਹਾ ਤੇ ਹੋਰ ਕਿਸੇ ਵਿਅਕਤੀ ਦੀ ਜਿਹੜੀ ਕਾਬਲ ਵਿਅਕਤੀ ਆ ਉਹਦੀ ਨਿਯੁਕਤੀ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ, ਪੰਜਾਬੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਇਨਸਾਫੀ ਦਾ, ਬੇਅਦਬੀ ਦਾ ਇਨਸਾਫ ਮਿਲ ਸਕੇ। ਜਿਹੜੇ ਸਾਡੇ 2 ਨੌਜਵਾਨ ਸ਼ਹੀਦ ਹੋਏ ਨੇਗੇ ਉਹਦਾ ਇਨਸਾਫ ਮਿਲ ਸਕੇ। ਔਰ ਪੰਜਾਬ ਵਿੱਚ ਜਿਹੜਾ ਕਰਪਸ਼ਨ ਦਾ ਰਾਜ, ਪੰਜਾਬ ਨੂੰ ਬਰਬਾਦ ਕਰਨ ਵਾਲਾ ਰਾਜ ਸਮੇਤ ਸੈਣੀ ਨੇ ਪੰਜਾਬ ਵਿੱਚ ਫੈਲਾਇਆ ਸੀਗਾ, ਜਿਹਦੀ ਅਗਵਾਈ ਸੁਖਬੀਰ ਸਿੰਘ ਬਾਦਲ ਕਰ ਰਿਹਾ ਸੀਗਾ, ਜਿਹਦੀ ਅਗਵਾਈ ਪ੍ਰਕਾਸ਼ ਸਿੰਘ ਬਾਦਲ ਕਰ ਰਿਹਾ ਸੀਗਾ, ਉਹ ਸਾਰੇ ਵਿਅਕਤੀ ਤਾਂ ਹੀ ਜੇਲ੍ਹਾਂ ਦੇ ਵਿੱਚ ਜਾਣਗੇ ਜੇਕਰ ਸਮੇਤ ਸਿੰਘ ਸੈਣੀ ਸਭ ਤੋਂ ਪਹਿਲਾਂ ਜੇਲ੍ਹ 'ਚ ਜਾਊਗਾ। ਉਸ ਤੋਂ ਬਾਅਦ ਜਿਹੜੇ ਉਹਦੇ ਨਾਲ ਸਾਜ਼ਿਸ਼ ਕਰਤਾ, ਜਿਨ੍ਹਾਂ ਨੇ ਸਾਜ਼ਿਸ਼ ਰਚੀ ਸੀਗੀ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਨੇਗੇ, ਚਾਹੇ ਉਹ ਸੁਖਬੀਰ ਸਿੰਘ ਬਾਦਲ ਨੇ, ਉਹ ਤਾਂ ਜੇਲ੍ਹਾਂ ਜਾਣਗੇ। ਸੋ ਆਮ ਆਦਮੀ ਪਾਰਟੀ ਦਾ ਅੱਜ MLA ਸਾਹਿਬਾਨ ਦਾ ਸਾਰਾ ਗਰੁੱਪ ਇੱਕ ਲੈਟਰ ਜਿਹੜਾ ਹੈਗਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਿਖਾਂਗੇ ਕਿ ਤੁਰੰਤ 10 ਦਿਨਾਂ ਦੇ ਅੰਦਰ ਪੰਜਾਬ ਦੇ ਨਵੇਂ ਬਣੇ ਐਡਵੋਕੇਟ ਜਨਰਲ ਨੂੰ ਤੁਰੰਤ ਹਟਾਇਆ ਜਾਵੇ, ਨਹੀਂ ਆਮ ਆਦਮੀ ਪਾਰਟੀ 10 ਦਿਨਾਂ ਬਾਅਦ ਇੱਕ ਫੈਸਲਾਕੁਨ ਜਿਹੜਾ ਹੈਗਾ ਉਹ ਸੰਘਰਸ਼ ਆਰੰਭੂਗੀ ਔਰ ਜਿਹੜਾ ਹੈਗਾ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰਾਂਗੇ, ਸਰਕਾਰ ਨੂੰ ਜਿਹੜਾ ਹੈਗਾ ਮਜਬੂਰ ਕਰਾਂਗੇ ਕਿ ਤੁਰੰਤ ਐਡਵੋਕੇਟ ਜਨਰਲ ਲਾਇਆ ਜਾਵੇ। ਇਸ ਗੱਲ ਕਰਕੇ ਅਸੀਂ 10 ਦਿਨ ਦਾ ਅਲਟੀਮੇਟਮ ਦਿੰਦੇ ਹਾਂ ਔਰ ਅਸੀਂ ਅੱਜ ਇੱਕ ਲੈਟਰ ਜਿਹੜਾ ਹੈਗਾ पंजाब के मुख्यमंत्री चरणजीत सिंह चन्नी के नाम से लिखांगे। यानी सवाल जी सरदार चन्नी साहब ने के पास अभी 14 विभाग है, उसमें एक विभाग विजिलेंस भी है उनके पास, तो क्या लगता है कि एडवोकेट जनरल ही है, उसके ऊपर CM भी तो बैठा हुआ है? देखो जिन्ने भी केस होते हैं जो हाई कोर्ट के चले लड़ते जाते हैं वो सारे केसां की पैरवी जी एडवोकेट जनरल ने करनी होंगी है। एडवोकेट जनरल ने जिन्नियां फाइलां आउंदियां ने, जिन्ने केस आउंदे ने, अपने साथियों को एलोकेट करने होंदे ने, अपने जिहड़े नाल दे एडिशनल एडवोकेट जनरल ने, डिप्टी एडवोकेट जनरल ने, एडिशनल जिन्ने भी एडवोकेट जनरल की टीम होंदी है उन्होंने सारिਆਂ ਨੂੰ ਜਿਹੜਾ ਹੈਗਾ ਆਪਦਾ ਕੰਮਕਾਜ ਅਲਾਟ ਕਰਨਾ ਹੁੰਦਾ। ਔਰ ਪੰਜਾਬ ਦੇ ਜਿਹੜੇ ਇਸ ਟਾਈਮ ਭਖਵੇਂ ਮਸਲੇ ਨੇਗੇ ਉਹ ਸਾਰੇ ਪੰਜਾਬ ਦੀ ਮਾਨਯੋਗ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਏ ਨੇ। ਚਾਹੇ STF ਦੀ ਗੱਲ ਕਰ ਲਈਏ, ਜਿਹੜੀ ਡਰੱਗਸ ਦੀ ਲੈ ਕੇ STF ਬਣੀ ਆ ਉਹਦੀ ਰਿਪੋਰਟ ਵੀ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਈ ਆ, ਨਸ਼ਿਆਂ ਵਾਲੀ ਰਿਪੋਰਟ ਜਿਹੜੀ ਉਹ ਵੀ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਈ ਆ, ਔਰ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਵਾਲਾ ਕੇਸ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਿਆ, ਪੰਜਾਬ ਦੀਆਂ ਕੋਰਟਾਂ ਦੇ ਵਿੱਚ ਪੈਂਡਿੰਗ ਪਿਆ। ਸੋ ਸਾਰੇ ਕੇਸਾਂ ਦੀ ਜਿਹੜੀ ਜਾਂਚ ਆ ਜਿੱਥੇ ਉਹ ਤਾਂ ਪ੍ਰਭਾਵਿਤ ਹੋਣੀ ਹੀ ਹੋਣੀ ਆ, ਕਿਉਂਕਿ ਜਦੋਂ ਵੀ ਕੋਈ ਜਾਂਚ ਅਧਿਕਾਰੀ ਆਪਣੀ ਲੀਗਲ ਰਾਏ ਲੈਂਦਾਗਾ ਤਾਂ ਉਹ ਆਪਣੇ ਸਰਕਾਰੀ ਵਕੀਲ ਤੋਂ ਲੈਂਦਾਗਾ, ਆਪਣੇ ਐਡਵੋਕੇਟ ਜਨਰਲ ਤੋਂ ਲੈਂਦਾਗਾ। ਸੋ ਜਿਹੜਾ ਐਡਵੋਕੇਟ ਜਨਰਲ ਡਿਫੈਂਸ ਕੌਂਸਲ ਰਿਹਾ ਹੋਵੇ, ਜਿਹਨੇ ਉਹਨਾਂ ਕੇਸਾਂ ਵਿੱਚ ਡਿਫੈਂਸ ਕੀਤਾ ਹੋਵੇ, ਉਹ ਕੌਂਸਲ ਸਰਕਾਰ ਨੂੰ ਜਿਹੜੀ ਹੈ ਸਲਾਹ ਸਹੀ ਢੰਗ ਦੇ ਨਾਲ ਦੇ ਹੀ ਨਹੀਂ ਸਕਦਾ। ਸੋ ਇਹਦੀ ਜਿਹੜੀ ਨਿਯੁਕਤੀ ਹੈ ਤੁਰੰਤ ਹੋਣੀ ਚਾਹੀਦੀ ਹੈ। इस सर अभी अमरिंदर सिंह पर अटकलें लगाई जा रही है कि वो बीजेपी में शामिल होने जा रहे हैं, इसमें कुछ कहना? देखिए कैप्टन साहब चाहे बीजेपी में शामिल हो, चाहे जनता दल बीजू में शामिल हो, चाहे RJD में शामिल हो, ये तो कैप्टन साहब बता सकते हैं वो किस पार्टी में शामिल होंगे। थैंक यू जी।